ਕੀਤੀ ਉਹਨਾਂ ਨੂੰ। ਹੁਣ ਇਹ ਜਗ੍ਹਾ ਤੇ ਵੇਖੋ ਪ੍ਰਭੂ ਜੀ ਕੀ ਕਹਿ ਰਹੇ ਨੇ, ਪਰ ਤੈਂ ਉਹਨਾਂ ਸਭਨਾਂ ਤੋਂ ਵੱਧ ਬੁਰਾਈ ਕੀਤੀ ਅਤੇ ਤੂੰ ਮੈਨੂੰ ਕ੍ਰੋਧ ਚੜਾਇਆ। ਆਪਣੇ ਲਈ ਓਪਰੇ ਦੇਵਤੇ ਅਤੇ ਢਲਵੀਆਂ ਮੂਰਤਾਂ ਬਣਾਈਆਂ ਅਤੇ ਮੈਨੂੰ ਪਿੱਠ ਪਿੱਛੇ ਸੁੱਟਤਾ। ਕਹਿੰਦਾ ਮਤਲਬ ਕਿ ਪ੍ਰਭੂ ਨੂੰ ਛੱਡ ਕੇ ਤੇ ਦੂਜੇ ਦੇਵੀ ਦੇਵਤਿਆਂ ਦੇ ਮਗਰੋਂ ਲੋਕ। ਇੱਥੋਂ ਪ੍ਰਭੂ ਨੇ ਯਰਾਬਾਮ ਨੂੰ ਸਜ਼ਾ ਦਿੱਤੀ ਆ, ਉਹਦੇ ਪੁੱਤਰ ਨੂੰ ਬਿਮਾਰ ਕੀਤਾ ਵਾ ਔਰ ਉਹਨੂੰ ਮਾਰ ਦਿੱਤਾ, ਛੱਡਿਆ ਨਹੀਂ। ਅਗਲੀ ਸਾਈਡ ਤੇ ਇਹਦੀ 10 ਨੰਬਰ ਐਤ ਕੀ ਕਹਿੰਦੀ ਆ, ਇਸ ਲਈ ਵੇਖ ਮੈਂ ਯਰਾਬਾਮ ਦੇ ਘਰਾਣੇ ਉੱਤੇ ਬੁਰਾਈ ਲਿਆਵਾਂਗਾ। ਪ੍ਰਭੂ ਨੇ ਕੀ ਆਖਿਆ? ਕਿਹਦੇ ਦੁਆਰਾ ਬੋਲ ਰਿਹਾ? ਹੀਆ ਨਬੀ ਦੇ ਦੁਆਰਾ, ਕਿਉਂਕਿ ਪ੍ਰਭੂ ਨੇ ਪਹਿਲੇ ਬੋਲਿਆ ਹੀਆ ਨਬੀ ਨੂੰ ਕਿ ਉਹਨਾਂ ਵਾਸਤੇ ਅੱਜ ਤੇਰੇ ਬੋਲ ਸਖਤ ਹੋਣੇ ਚਾਹੀਦੇ ਆ। ਉਹਨੇ ਕੀ ਕਹਿ ਲਿਆ? ਜਦੋਂ ਆਪਾਂ ਪੜ੍ਹਦੇ ਇਹਦਾ ਇਹਦੀ 6 ਨੰਬਰ ਹੈ ਤੇ ਲਿਖਿਆ ਮੈਂ ਤੇਰੇ ਕੋਲ ਸਖਤ ਗੱਲਾਂ ਲਈ ਘੱਲਿਆ ਗਿਆ ਹਾਂ। ਹੀਆ ਨਬੀ ਨੇ ਬੋਲਿਆ ਕਿ ਮੈਂ ਤੇਰੇ ਲਈ ਸਖਤ ਗੱਲਾਂ ਲਈ ਘੱਲਿਆ ਗਿਆ ਹਾਂ ਕਿ ਜੋ ਮੈਂ ਤੈਨੂੰ ਬੋਲਾਂਗਾ ਸਖਤਾਈ, ਕਿਉਂਕਿ ਪ੍ਰਭੂ ਸਖਤ ਬੋਲ ਰਹੇ ਨੇ, ਪ੍ਰਭੂ ਨਫ਼ਰਤ ਕਰ ਰਹੇ ਨੇ ਕਿਉਂਕਿ ਉਹਨੇ ਗਲਤ ਕੰਮ ਕੀਤੇ। ਗਾੜੀ ਲਿਖਿਆ ਇਸ ਲਈ ਵੇਖ ਮੈਂ ਯਰਾਬਾਮ ਦੇ ਘਰਾਣੇ ਉੱਤੇ ਬੁਰਾਈ ਲਿਆਵਾਂਗਾ ਅਤੇ ਯਰਾਬਾਮ ਦੀ ਹਰ ਨਰ ਨੂੰ ਅਤੇ ਇਸਰਾਇਲ ਦੇ ਬੰਦੂਏ ਅਤੇ ਆਜ਼ਾਦ ਨੂੰ ਨਾਸ਼ ਕਰ ਦੇਵਾਂਗਾ ਅਤੇ ਯਰਾਬਾਮ ਦੇ ਘਰਾਣੇ ਦੇ ਪਿੱਛੇ ਇਹੋ ਝਾੜੂ ਲਈ ਫਿਰਾਂਗਾ ਜਿਵੇਂ ਗੰਦ ਚੁੱਕਣ ਲੈਣ ਦੇ ਪਿੱਛੋਂ ਕੁਝ ਬਾਕੀ ਨਹੀਂ ਰਹਿ ਜਾਂਦਾ। ਆਮੀਨ। ਵੇਖੋ ਮੇਰੇ ਜੀ ਸਾਥੀਓ, ਦਿਲਚਸਪ ਹੈ ਤੇ ਆ ਇਹਨੂੰ ਦੁਬਾਰਾ ਪੜ੍ਹਨਾ। ਪਹਿਲਾ ਰਾਜਾ ਉਹਦਾ 14 ਤੇ ਆਏ, ਉਹਦੀ 10 ਨੰਬਰ ਐਤ ਇਹਨੂੰ ਲਿਖ ਕੇ ਆਪਣੇ ਘਰ ਦੇ ਵਿੱਚ ਲਾਓ। ਵੇਖੋ ਮੇਰੇ ਜੀ ਸਾਥੀਓ, ਪਰਮੇਸ਼ਵਰ ਨੇ ਕਿੱਦਾਂ ਨੂੰ ਸਜ਼ਾ ਦਿੱਤੀ ਆ ਯਰਾਬਾਮ ਨੂੰ। ਲਿਖਿਆ ਇਸ ਲਈ ਵੇਖ ਮੈਂ ਯਰਾਬਾਮ ਦੇ ਘਰਾਣੇ ਵਿੱਚ ਵੀ ਉਹਦੀ ਜਿੱਥੋਂ ਤੱਕ ਪੀੜ੍ਹੀਆਂ ਚੱਲਦੀਆਂ ਘਰਾਣੇ ਨੂੰ ਬੁਰਾਈ ਦੀ। ਇਸ ਲਈ ਵੇਖ ਮੈਂ ਯਰਾਬਾਮ ਦੇ ਘਰਾਣੇ ਉੱਤੇ ਬੁਰਾਈ ਲਿਆਵਾਂਗਾ ਅਤੇ ਯਰਾਬਾਮ ਦੇ ਹਰ ਨਰ ਨੂੰ ਅਤੇ ਇਸਰਾਇਲ ਦੇ ਬੰਦੂਏ ਅਤੇ ਆਜ਼ਾਦ ਨੂੰ ਨਾਸ਼ ਕਰ ਦੇਵਾਂਗਾ ਅਤੇ ਯਰਾਬਾਮ ਦੇ ਘਰਾਣੇ ਦੇ ਪਿੱਛੇ ਇਹੋ ਝਾੜੂ ਲੈ ਕੇ ਫਿਰਾਂਗਾ ਜਿਵੇਂ ਗੰਦ ਚੁੱਕਣ ਦੇ ਪਿੱਛੋਂ ਕੁਝ ਬਾਕੀ ਨਹੀਂ ਰਹਿੰਦਾ। ਮੇਰੇ ਜੀ ਸਾਥੀਓ, ਪ੍ਰਭੂ ਨੇ ਕੀ ਬੋਲਿਆ ਕਿ ਮੈਂ ਉਹਨਾਂ ਨੂੰ ਛੱਡਾਂਗਾ ਨਹੀਂ, ਮੈਂ ਤਾਂ ਸਾਰਾ ਕੁਝ ਫਿਨਿਸ਼ ਸਾਫ਼ ਕਰ ਦਾਂਗਾ। ਕਿਉਂਕਿ ਇਹਨਾਂ ਨੇ ਦੂਜੇ ਦੇਵੀ ਦੇਵਤਿਆਂ ਨੂੰ ਮੰਨਿਆ, ਉਹਨਾਂ ਦੀ ਪੂਜਾ ਕੀਤੀ, ਢਲਵੀਆਂ ਮੂਰਤਾਂ ਬਣਾਈਆਂ, ਮੱਥੇ ਟੇਕੇ ਤੇ ਪ੍ਰਭੂ ਕਹਿੰਦੇ ਕਿ ਮੈਨੂੰ ਇਹਨਾਂ ਪਿੱਠ ਪਿੱਛੇ ਸੁੱਟ ਦਿੱਤਾ ਵਾ। ਅੱਜ ਮੇਰੇ ਜੀ ਸਾਥੀਓ, ਹੀ ਬੱਚੇ ਲੈ ਲੈਨੇ ਆ, ਸਾਨੂੰ ਘਰ ਮਿਲ ਜਾਂਦਾ ਵਾ, ਸਾਨੂੰ ਸਭ ਕੁਝ ਮਿਲ ਜਾਂਦਾ ਵਾ। ਥੋੜੀ ਜਿਹੀ ਪ੍ਰਭੂ ਕੋਈ ਚੀਜ਼ ਨੂੰ ਰੋਕਦਾ ਹੀ ਚੁੱਕ ਕੇ ਜਾ ਕੇ ਸਿਆਣੇ ਕੋਲ ਪੁੱਛਣਾ ਪਾਉਣੀ ਸ਼ੁਰੂ ਕਰਦੇ ਨੇ। ਖੁਦਾ ਮਾਫ ਕਰੇਗਾ? ਕਦੀ ਨਹੀਂ ਕਰੇਗਾ। ਮੇਰੇ ਜੀ ਸਾਥੀਓ, ਕਦੀ ਵੀ ਇਹ ਕੰਮ ਗਲਤੀ ਨਾ ਕਰਿਓ ਕਿਉਂਕਿ ਪੁਰਾਣਾ ਨੇਮ ਸਭ ਤੋਂ ਵੱਧ ਬੁੱਤ ਪੂਜਾ ਦੇ ਖਿਲਾਫ ਕਰਦਾ ਪਰਮੇਸ਼ਵਰ। ਯਹੋਵਾ ਪਿਤਾ ਉਹਨਾਂ ਲੋਕਾਂ ਨਾਲ ਰਾਜ ਜਿਹੜੇ ਲੋਕ ਢਲਵੀਂ ਮੂਰਤ ਬਣਾਉਂਦੇ ਆ, ਮੱਥੇ ਟੇਕਦੇ ਆ ਤੇ ਬਿਆਲ ਨੂੰ ਮੰਨਦੇ ਆ, ਮੰਨਤਾ ਕਰਦੇ ਜਾ ਕੇ ਸ਼ੈਤਾਨ ਦੀ। ਤੁਹਾਨੂੰ ਬਣਾਇਆ ਹੋਲੀ ਸਪਿਰਿਟ ਨੇ, ਪਰਮੇਸ਼ਵਰ ਨੇ। ਜੇ ਮੇਰੇ ਜੀ ਸਾਥੀਓ ਗਲਤ ਕਰਾਂਗੇ, ਜੇ ਪਰਮੇਸ਼ਵਰ ਨੇ ਯਰਾਬਾਮ ਨੂੰ ਨਹੀਂ ਬਖਸ਼ਿਆ, ਤੁਹਾਨੂੰ ਵੀ ਨਹੀਂ ਬਖਸ਼ੇਗਾ। ਹੁਣ ਇੱਥੇ ਪ੍ਰਭੂ ਨੇ ਦਾਸ ਨੇ ਕੀ ਬੋਲਿਆ ਕਿ ਜਿੱਦਾਂ ਗੰਦ ਚੁੱਕਣ ਦੇ ਪਿੱਛੋਂ ਕੋਈ ਮਗਰ ਚੀਜ਼ ਨਹੀਂ, ਜਦੋਂ ਦੀ ਘਰ 'ਚ ਝਾੜੂ ਮਾਰਦੇ ਨੇ ਬਿਲਕੁਲ ਨੁਕਰਾਂ ਨੂੰ ਸਾਫ਼ ਕਰ ਦਿੰਦੇ, ਬਿਲਕੁਲ ਕਲੀਨ ਕਰ ਦਿੰਦੇ, ਇਸੇ ਤਰ੍ਹਾਂ ਪਰਮੇਸ਼ਵਰ ਕਹਿੰਦਾ ਮੈਂ ਉਹਨੂੰ ਜਿੱਦਾਂ ਗੰਦ ਚੁੱਕਣ ਵਾਲੀ ਇੱਕ ਚੀਜ਼ ਝਾੜ ਦਿੰਦੀ ਆ, ਇਦਾਂ ਦੱਸਿਆ ਕਿ ਮੈਂ ਸਭ ਨੂੰ ਖਤਮ ਕਰ ਦਾਂਗਾ, ਨਾਸ਼ ਕਰ ਦਾਂਗਾ, ਉਹਨਾਂ ਦਾ ਕੋਈ ਵੀ ਕੁਝ ਨਹੀਂ ਛੱਡਾਂਗਾ ਮੈਂ। ਕਿਉਂ? ਉਹਨਾਂ ਨੇ ਮੈਨੂੰ ਤਿਆਗ ਦਿੱਤਾ। ਇਹ ਸੌਖਾ ਕੰਮ ਨਹੀਂ ਮੇਰੇ ਜੀ ਸਾਥੀਓ। ਤੁਸੀਂ ਪਰਮੇਸ਼ਰ ਨੂੰ ਮੰਨ ਕੇ ਛੱਡੋਗੇ, ਤੁਹਾਡੇ ਤੇ ਡਬਲ ਟ੍ਰਿਪਲ ਮੁਸੀਬਤਾਂ ਆਉਣਗੀਆਂ, ਕਿਉਂਕਿ ਬਾਈਬਲ 'ਚ ਲਿਖਿਆ ਇੱਕ ਜਾਏਗੀ ਤੇ 7 ਹੋਰ ਨਾਲ ਲੈ ਕੇ ਆਵੇਗੀ। ਜੇ ਯਰਾਬਾਮ ਨੇ ਗਲਤੀ ਕੀਤੀ ਆ ਤੇ ਐਸੀ ਗਲਤੀ ਤੁਸੀਂ ਨਹੀਂ ਕਰਨੀ। ਕਦੀ ਵੀ ਇਸ ਤਰ੍ਹਾਂ ਦੀ ਗਲਤੀ ਕਰੋਗੇ ਤਾਂ ਤੁਹਾਡੇ ਉੱਤੇ ਪ੍ਰੋਬਲਮ ਪਏਗੀ। ਤੁਸੀਂ ਦੇਖੋਗੇ ਕੌਣ ਅਸੀਂ ਕੀ ਕਰੀਏ। ਫਿਰ ਭਾਵੇਂ ਸੇਵਕ ਪ੍ਰੇਅਰ ਕਰੇ, ਭਾਵੇਂ ਕੁਛ ਵੀ ਕਰੇ, ਖੁਦਾ ਕਦੀ ਉੱਤਰ ਨਹੀਂ ਦੇਗਾ। ਬੁੱਤ ਪੂਜਾ ਕਦੀ ਨਹੀਂ ਕਰਨੀ। ਪ੍ਰਭੂ ਦੇ ਨਾਲ ਬਣੇ ਰਹੋ, ਚਾਹੇ ਦੁੱਖ ਚਾਹੇ ਸੁੱਖ। ਬਾਈਬਲ 'ਚ ਲਿਖਿਆ ਹਰ ਹਾਲ 'ਚ ਮੇਰਾ ਧੰਨਵਾਦ ਕਰੋ। ਆਮੀਨ। ਅਗਲੀ ਸਾਈਡ ਤੇ 11 ਨੰਬਰ ਤੇ ਜਦ ਮੈਂ ਪੜ੍ਹਦਾ ਤੇ ਲਿਖਿਆ ਅਤੇ ਯਰਾਬਾਮ ਦਾ ਜੋ ਕੋਈ ਸ਼ਹਿਰ ਵਿੱਚ ਮਰ ਜਾਵੇਗਾ ਉਹਨੂੰ ਕੁੱਤੇ ਖਾਣਗੇ ਅਤੇ ਜੋ ਰੜ ਵਿੱਚ ਮਰੇਗਾ
ਉਹਨੂੰ ਆਕਾਸ਼ ਦੇ ਪੰਛੀ ਖਾਣਗੇ। ਕਿਉਂ ਜੋ ਯਹੋਵਾ ਐਉਂ ਬੋਲਿਆ ਹੈ। ਇਹ ਕਿੰਨੇ ਬੋਲਿਆ? ਇਹ ਹਿਯਾ ਨਬੀ ਜ਼ਰਾਬਾਮ ਦੀ ਰਾਣੀ ਨੂੰ ਬੋਲ ਰਿਹਾ। ਕਿਉਂ? ਪ੍ਰਭੂ ਨੇ ਕਿਹਾ ਮੈਂ ਸਖਤ ਗੱਲਾਂ ਵਾਸਤੇ ਹਿਯਾ ਤੈਨੂੰ ਬੋਲਿਆ ਕਿ ਉਹਨੂੰ ਸਖਤ ਗੱਲਾਂ ਦੱਸੀ, ਉਹ ਤੈਨੂੰ ਛਾਲਣ ਵਾਸਤੇ ਆ ਰਹੀ। ਮੇਰੇ ਜੀ ਸਾਥੀਓ, ਖੁਦਾ ਕਦੀ ਮਾਫ ਨਹੀਂ ਜੇ ਕਰਦਾ ਹੈ। ਮਤ ਸੋਚੋ ਕਿ ਸ਼ਾਇਦ ਮਾਫੀ ਜੇ, ਮਾਫੀ ਮੂਫੀ ਕੋਈ ਨਹੀਂ ਜੇ। ਬੁੱਤ ਪੂਜਾ ਕਰੋਗੇ ਫਿਰ ਉੱਥੇ ਜਾਓਗੇ ਜਿੱਥੋਂ ਨਿਕਲੇ ਜੇ, ਤੇ ਫਿਰ ਤਬਾਹੀ ਡਾ ਦੇਗਾ ਤੁਹਾਡੀ ਪੀੜ੍ਹੀਆਂ ਦੀ ਪੀੜ੍ਹੀ। ਬਾਈਬਲ 'ਚ ਲਿਖਿਆ 7 ਪੀੜ੍ਹੀਆਂ ਤੱਕ ਮੈਂ ਬਦਲਾ ਨਹੀਂ ਛੱਡਾਂਗਾ। ਤੁਸੀਂ ਪੜ੍ਹ ਲਓ ਬਾਈਬਲ 'ਚ, ਮੈਂ ਨਹੀਂ ਕਹਿਣ ਡਿਆ। ਮੇਰੇ ਜੀ ਸਾਥੀਓ, ਬਾਈਬਲ ਪੜ੍ਹ ਪੜ੍ਹ ਕੇ ਮੇਰਾ ਮਨ ਬਦਲ ਚੁੱਕਾ ਵਾ। ਹੋਲੀ ਸਪਿਰਿਟ ਮਾਫ ਕਰੇ, ਮਾਫੀ ਨਹੀਂ ਜਾਏਗੀ। ਅੱਜ ਜਿੰਨੇ ਲੋਕ ਮਰ ਰਹੇ ਆ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਪ੍ਰਭੂ ਮਾਰ ਰਹੇ ਨੇ। ਹੁਣ ਬਾਈਬਲ 'ਚ ਪੜ੍ਹਦੇ ਜਦ ਵੇਖੋ ਮਿਸਰ ਦੇ ਵਿੱਚ ਪ੍ਰਭੂ ਨੇ 10 ਬਾਵਾ ਭੇਜੀਆਂ। ਲਾਸਟ ਬਾਵਾ ਜਿਹੜੀ ਪਲੌਟਿਆਂ ਦੀ ਭੇਜੀ ਜਦੋਂ ਪਲੌਟੇ ਮਾਰੇ ਆ। ਤੇ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਨੇ ਮੂਸਾ ਨੂੰ ਕੀ ਆਖਿਆ ਸੀ ਕਿ ਆਪਣੀਆਂ ਚਗਾਟਾਂ ਦੇ ਉੱਪਰ ਬਲੱਡ ਲਗਾ ਦਿਓ, ਅੱਜ ਮੈਂ ਰਾਤ ਨੂੰ ਲੰਘਣ ਵਾਲਾ। ਦੱਸਾਂ ਕਿ ਯਹੋਸ਼ੂਆ ਨੇ ਜਿਹੜੇ ਪਰਮੇਸ਼ਵਰ ਦੇ ਬੰਦੇ ਸੀ, ਉਹ ਗੋਸ਼ਨ ਦੀ ਧਰਤੀ 'ਚ ਰਹਿੰਦੇ। ਔਰ ਗੋਸ਼ਨ ਦੀ ਧਰਤੀ ਵਿੱਚ ਦੱਸਿਆ ਕਿ ਜਦੋਂ ਉਹਨਾਂ ਨੇ ਬਲੱਡ ਲਗਾਇਆ ਔਰ ਰਾਤ ਦੇ ਸਮੇਂ ਪ੍ਰਭੂ ਲੰਘਿਆ ਜਦ, ਉਹ ਜਗ੍ਹਾ ਤੇ ਲਿਖਿਆ ਵਾ ਕਿ ਇਸਰਾਈਲੀਆਂ ਵਿੱਚੋਂ ਕਿਸੇ ਦਾ ਕੋਈ ਨੁਕਸਾਨ ਨਹੀਂ ਆ। ਬਾਈਬਲ 'ਚ ਲਿਖਿਆ ਫਿਰੌਨ ਦੇ ਡੰਗਰ ਤੋਂ ਲੈ ਕੇ ਮੰਤਰੀ ਤੰਤਰੀ ਤੋਂ ਲਾ ਕੇ ਜਿੰਨੇ ਪਲੋਟੇ ਸਭ ਦੇ ਸਭ ਮਰ ਗਏ, ਪਰ ਇਸਰਾਈਲੀਆਂ ਦੇ ਇੱਕ ਕੁੱਤੇ ਦਾ ਵੀ ਨੁਕਸਾਨ ਨਹੀਂ ਹੋਇਆ, ਇੱਕ ਡੰਗਰ ਦਾ ਨੁਕਸਾਨ ਨਹੀਂ। ਕਿਉਂ? ਕਿਉਂਕਿ ਉਹਨਾਂ ਤੇ ਪਰਮੇਸ਼ਵਰ ਦਾ ਹੱਥ ਸੀ। ਮੇਰੇ ਜੀ ਸਾਥੀਓ, ਜੇ ਤੁਸੀਂ ਪ੍ਰਭੂ ਦੇ ਨਾਲ ਕੰਪਰੋਮਾਈਜ਼ ਕਰਕੇ ਚੱਲਦੇ ਜੇ, ਉਹਦੀ ਗੱਲ ਮੰਨਦੇ ਜੇ, ਤੇ ਮੈਂ ਕਿਹਾ ਵਚਨ ਨੂੰ ਤੁਹਾਡੇ ਲਈ ਨਹੀਂ ਹੈ, ਇਹ ਵਚਨ ਉਹਨਾਂ ਲਈ ਆ ਜਿਹੜੇ ਲੋਕ ਛਲਦੇ ਆ, ਨਾਲ ਬੁੱਤ ਪੂਜਾ ਕਰੀ ਜਾਂਦੇ ਆ, ਨਾਲ ਧਾਗੇ ਪਵਾਈ ਜਾਂਦੇ ਆ, ਨਾਲ ਰੱਖਾਂ ਪਵਾਈ ਜਾਂਦੇ ਆ, ਤੇ ਨਾਲ ਪਾਸਟਰ ਕੋ ਪ੍ਰੇਅਰ ਵੀ ਕਰਾਈ ਜਾਂਦੇ ਆ ਕਿ ਮਰ ਜੂ ਤੇ ਪਾਸਟਰ ਮਰ ਜੇ। ਮੇਰੇ ਜੀ ਸਾਥੀਓ, ਸਿਆਣੇ ਬਣ ਕੇ ਚੱਲੀਏ, ਆਪਣੇ ਸੁਭਾਅ ਵਿੱਚ ਨਵੇਂ ਬਣੋ, ਪਵਿੱਤਰ ਬਾਈਬਲ ਡੇਲੀ ਪੜੋ। ਵੇਖੋ ਮੈਂ ਸੁਪਰ ਡੁਪਰ ਮੈਸੇਜ ਕਿਉਂ ਪਾਉਣਾ ਵਾ ਕਿ ਮੇਰੇ ਲੋਕ ਜਿਹੜੇ ਘਰ ਬੈਠੇ ਐਸੀਆਂ ਗੱਲਾਂ ਸਿੱਖ ਜਾਣ ਕਿ ਖੜੇ ਖਲੋਤੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਵਾਕਿਆ ਚਰਚ ਦੀ ਸਕਾਵਤ ਕੀ ਆ। ਬਾਈਬਲ ਤੋਂ ਬਿਨਾ ਕੋਈ ਬਰਕਤ ਨਹੀਂ ਲੈ ਸਕਦਾ। ਚਰਚ ਤੁਸੀਂ ਭਾਵੇਂ ਹਜ਼ਾਰਾਂ ਬਦਲ ਦੋ, ਜੋ ਬਦਲ ਦੋ ਚਰਚ, ਕੋਈ ਚੱਕਰ ਨਹੀਂ ਹੈ। ਪਰ ਪਵਿੱਤਰ ਬਾਈਬਲ ਹਮੇਸ਼ਾ ਹੀ ਬਲੈਸਡ ਕਿਹਨਾਂ ਨੂੰ ਕਰਦੀ ਆ? ਜਿਹੜੇ ਲੋਕ ਆਗਿਆਕਾਰੀ ਕਰਕੇ ਚੱਲਣਗੇ। ਅੱਜ ਕਿਹੜੇ ਲੋਕ ਸਖਤਾਈ ਦਾ ਕਰਕੇ ਚਰਚ ਬਦਲਦੇ, ਕੀ ਕਰਦੇ? ਉਹ ਸਖਤਾਈ ਬੜੀ ਆ, ਸਾਨੂੰ ਮੇਕਅਪ ਤੋਂ ਰੋਕਦੇ ਆ, ਸਾਨੂੰ ਪ੍ਰਸ਼ਾਦ ਤੋਂ ਰੋਕਦੇ। ਮੇਰੇ ਜੀ ਸਾਥੀਓ, ਇਹ ਕਿਸੇ ਨੂੰ ਨਹੀਂ ਰੋਕਦੇ। ਅਸੀਂ ਮੇਰੇ ਜੀ ਸਾਥੀਓ ਕਿਸੇ ਨੂੰ ਨਹੀਂ ਰੋਕਦੇ, ਕਿਉਂਕਿ ਅੱਜ ਤੁਸੀਂ ਬਾਈਬਲ ਨੂੰ ਪੜਿਆ। ਕਰੰਥੀਆਂ ਨੇ ਕੀ ਬੋਲਿਆ? ਕੀ ਬੋਲਿਆ ਕਿ ਮੂਰਤੀ ਕੋਜੇ, ਮੂਰਤੀ ਦੀ ਭੇਡ ਕੋਜੇ ਅਥਵਾ ਮੂਰਤੀ ਕੋਸ਼ੇ। ਔਰ ਸੰਤ ਪੌਲੁਸ ਕੀ ਕਹਿੰਦਾ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੂਤਾਂ ਦੇ ਸਾਂਝੀ ਬਣੋ। ਉੱਥੇ ਲਿਖੇ ਜਿੰਨੀਆਂ ਕੌਮਾਂ ਚੜਾਉਂਦੀਆਂ ਪ੍ਰਭੂ ਲਈ ਨਹੀਂ ਚੜਾਉਂਦੀਆਂ, ਭੂਤਾਂ ਲਈ ਚੜਾਉਂਦੀਆਂ। ਮੇਰੇ ਜੀ ਸਾਥੀਓ, ਅਸੀਂ ਤੁਹਾਨੂੰ ਰੋਂਗ ਸਾਈਡ ਤੇ ਨਹੀਂ ਜਾਣ ਦੇਵਾਂਗੇ। ਅਸੀਂ ਨਹੀਂ, ਪਵਿੱਤਰ ਬਾਈਬਲ ਨਹੀਂ। ਤੁਸੀਂ ਕਿਸੇ ਵੀ ਦਾਸ ਤੇ ਡਾਊਟ ਨਾ ਕਰੋ। ਤੁਸੀਂ ਸਿੱਧੀ ਪਵਿੱਤਰ, ਤੁਹਾਨੂੰ ਕੋਈ ਬੰਦਾ ਗੱਲ ਕਹਿੰਦਾ, ਉਹਨੂੰ ਕਹੋ ਭਾਈ ਮੈਨੂੰ ਬਾਈਬਲ ਦਾ ਹਵਾਲਾ ਦੱਸ, ਕਿੱਥੇ ਲਿਖਿਆ। ਤੇ ਜੋ ਬਾਈਬਲ ਦੀ ਤੁਹਾਨੂੰ ਸਟੱਡੀ ਕਰਾ ਰਿਹਾ, ਸਹੀ ਕਰਾ ਰਿਹਾ, ਤੇ ਫਿਰ ਭਾਈ ਤੁਹਾਨੂੰ ਮੰਨਣ ਦੀ ਲੋੜ ਆ। ਫਿਰ ਤੁਸੀਂ ਪਾਸਟਰ ਨੂੰ ਕਦੀ ਕੰਪਲੇਂਟ ਨਹੀਂ ਕਰੋਗੇ, ਪਾਸਟਰ ਜੀ ਮੈਂ ਠੀਕ ਨਹੀਂ ਹੋ ਰਿਹਾ, ਮੇਰੀ ਬਿਮਾਰੀ ਨਹੀਂ ਜਾ ਰਹੀ, ਮੇਰੇ ਘਰ 'ਚ ਬਲੈਸਿੰਗ ਨਹੀਂ ਆ ਰਹੀ, ਮੇਰੇ ਬੱਚੇ ਠੀਕ ਨਹੀਂ ਹੋ ਰਹੇ। ਕਿਉਂ? ਕਾਰਨ ਕੀ ਹੈ? ਕਾਰਨ ਇਹ ਕਿ ਅੱਜ ਸਾਡਾ ਜੀਵਨ ਸਹੀ ਨਹੀਂ ਆ। ਇਹ ਜਗ੍ਹਾ ਤੇ ਮੇਰੇ ਜੀ ਸਾਥੀ ਜੋ ਵਚਨ ਸੁਣ ਰਹੇ ਆ, ਜੇ ਨਾਲ ਨਾਲ ਧੰਨਵਾਦ ਵੀ ਕਰੀ ਜਾਓ, ਨਾਲ ਨਾਲ ਦੂਸਰਾ ਧੰਨਵਾਦ ਵੀ ਕਰੀ ਜਾਓਗੇ, ਤੇ ਤੁਸੀਂ ਡਿੱਕੋਗੇ ਰਿਜ਼ਲਟ ਮਿਲੇ, ਤਾਂ ਰਿਜ਼ਲਟ ਕਦੀ ਨਹੀਂ ਮਿਲੇਗਾ। ਰਿਜ਼ਲਟ ਲੈਣਾ ਵਾ ਤਾਂ ਤੁਹਾਨੂੰ ਸਹੀ ਤਰੀਕੇ ਨਾਲ ਪਰਮੇਸ਼ਵਰ ਚੱਲਣਾ ਪੈਣਾ, ਸਹੀ ਤਰੀਕੇ ਨਾਲ। ਇਹ ਨਹੀਂ ਕਿ ਦੁਸ਼ਟ ਨੂੰ ਵੀ ਖੁਸ਼ ਕਰੀ ਜਾਓ ਤੇ ਪ੍ਰਭੂ ਤੇ ਕਦੀ ਖੁਸ਼ ਨਹੀਂ ਹੋਏਗਾ, ਕਿਉਂਕਿ ਇੱਕ ਤਰਫਾ ਰੱਬ ਆ। ਉਹ ਜ਼ਿਆਦਾ ਜਿਹਨੂੰ ਅਲੱਗ ਕੀਤਾ, ਸਭ ਤੋਂ ਵੱਖਰਾ ਮੇਰਾ ਪਰਮੇਸ਼ਵਰ। ਜੇ ਪ੍ਰਭੂ ਵੱਖਰਾ ਵਾ ਤਾਂ ਉਹਦੇ ਬੱਚੇ ਵੀ ਵੱਖਰੇ ਨਜ਼ਰ ਆਉਂਦੇ ਆ। ਵੇਖੋ ਅੱਜ ਤੁਹਾਨੂੰ ਕਿੱਡਾ ਸੁਪਰ ਡੁਪਰ ਵਚਨ ਮਿਲ ਰਿਹਾ ਕਿ ਕਦੀ ਵੀ ਪਰਮੇਸ਼ਵਰ ਦੇ ਨਾਲ ਛਲਬਾਜੀ ਨਹੀਂ ਕਰਨੀ, ਦਾਸਾਂ ਨੂੰ ਝੂਠ ਨਹੀਂ ਬੋਲਣਾ। ਕਿਤੇ ਵੀ ਜਾ ਕੇ ਖਾਣ ਪੀਣ ਦੇ ਵਾਸਤੇ ਆਪਣੇ ਬਾਈਬਲ 'ਚ ਲਿਖਿਆ ਆਪਣੇ ਗਲੇ ਤੇ ਛੁਰੀ ਰੱਖ, ਕਿਸੇ ਦੇ ਸਵਾਦਲੇ ਭੋਜਨ ਦਾ ਲਾਲਚ ਨਾ ਕਰ। ਕਹਾਵਤਾਂ 23 ਦੇ ਜਦੋਂ ਦੀ ਫਸਟ ਤੇ ਪੂਰਾ ਚੈਪਟਰ ਪੜੋਗੇ ਤੁਹਾਨੂੰ ਪਤਾ ਲੱਗੇਗਾ। ਸੁਲੇਮਾਨ ਦੀਆਂ ਕਹਾਵਤਾਂ 23 ਨੰਬਰ ਲਿਖ ਲਓ। ਇਸ ਕਰਕੇ ਮੇਰੇ ਜੀ ਸਾਥੀਓ, ਅੱਜ ਦਾ ਵਚਨ ਕਿੰਨਾ ਖਾਸ ਆ। ਹੁਣ ਮੈਂ ਅਗਲੀ ਸਾਈਡ ਤੇ ਜਦ ਪੜਾਂਗਾ, ਵੇਖੋ ਨੂੰ ਕਿੰਨੇ ਕਰੜੇ ਜਵਾਬ ਦਿੱਤੇ। ਇੱਥੇ ਕੀ ਲਿਖਿਆ? 11 ਨੰਬਰ ਮੈਂ ਫਿਰ ਪੜਾਂਗਾ। ਅਤੇ ਜ਼ਰਾਬਾਮ ਦਾ ਜੋ ਕੋਈ ਸ਼ਹਿਰ ਵਿੱਚ ਮਰੇਗਾ ਉਹਨੂੰ ਕੁੱਤੇ ਖਾਣਗੇ। ਦੱਸਿਆ ਕਿ ਜ਼ਰਾਬਾਮ ਦੇ ਘਰਾਣੇ 'ਚ ਜੋ ਕੋਈ ਮਰੇਗਾ ਉਹਨੂੰ ਕੁੱਤੇ ਖਾਣਗੇ, ਉਹਨੂੰ ਕੋਈ ਦੱਬੇਗਾ ਨਹੀਂ। ਚਾਈਨਾ ਵਿੱਚ ਕੀ ਹੋ ਰਿਹਾ?
ਜਦ ਨਵਾਂ ਕਰੋਨਾ ਚੱਲਿਆ ਕੀ ਹੋਇਆ, ਕਿੱਦਾਂ ਇਟਲੀ ਦੇ ਵਿੱਚ ਕਿੱਦਾਂ ਲੋਥਾਂ, ਜਗ੍ਹਾ ਨਹੀਂ ਸੀ, ਲੋਕੀ ਬਲੇਟ ਕੇ ਲਿਫਾਫਾ ਕਿੱਦਾਂ ਲੋਥਾਂ ਨੂੰ ਛੁੱਟੀ ਜਾਂਦੇ। ਕਾਰਨ ਸ਼ਰਾਬ ਕਿਹਦਾ? ਪਰਮੇਸ਼ਵਰ ਦਾ। ਟਲਵੀਆਂ ਮੂਰਤਾਂ ਬਣਾਉਂਦੇ ਆ, ਬਲੈਕ ਮੈਜਿਕ ਕਰਦੇ ਆ, ਹਰ ਇੱਕ ਬੁਰਾ ਕੰਮ ਕਰਦੇ ਆ, ਜਿੱਥੋਂ ਪਰਮੇਸ਼ਵਰ ਦਾ ਮਨ ਦੁਖੀ ਹੈ। ਮੇਰੇ ਜੀ ਸਾਥੀਓ, ਆਪਣੇ ਆਪ ਨੂੰ ਹੋਰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਸਾਡਾ ਹੋਲੀ ਸਪਿਰਿਟ ਇੱਕ ਹੀ ਪ੍ਰਭੂ ਆ, ਔਰ ਉਹਦਾ ਧੰਨਵਾਦ ਕਰੋ, ਉਹਦੀ ਮਹਿਮਾ ਕਰੋ। ਉਹੀ ਆਦਰ ਦੇ ਯੋਗ ਆ, ਉਹੀ ਮਹਿਮਾ ਦੇ ਯੋਗ ਆ। ਜੇ ਤੁਸੀਂ ਨਾਲ ਮਿਲਾਵਟ ਦੀ ਸਿੱਖਿਆ ਲਓਗੇ ਤੇ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈਗਾ। ਤਾਲੀਮ ਦੇ ਮੁਤਾਬਕ ਚੱਲੋਗੇ, ਵਚਨ ਦੇ ਮੁਤਾਬਕ ਚੱਲੋਗੇ, ਲਿਖਤ ਨੂੰ ਮੰਨ ਕੇ ਚੱਲੋਗੇ ਤੇ ਜੋ ਮੰਗੋਗੇ ਤੁਹਾਨੂੰ ਮੰਗਣ ਤੋਂ ਪਹਿਲਾਂ ਮਿਲੇਗਾ। ਆਮੀਨ। ਅਗਲੀ ਸਾਈਡ ਤੇ ਲਿਖਿਆ, ਸੋ ਤੂੰ ਉੱਠ ਅਤੇ ਆਪਣੇ ਘਰ ਜਾ। ਨਬੀ ਨੇ ਕਿਹਾ ਉੱਠ, ਹੁਣ ਆਪਣੇ ਘਰ ਜਾ ਅਤੇ ਤੇਰੇ ਸ਼ਹਿਰ ਪੈਰ ਰੱਖਣ ਤੋਂ ਸਾਰ ਤੇਰਾ ਮੁੰਡਾ ਮਰ ਜਾਵੇਗਾ। ਆਮੀਨ। ਇੱਥੇ ਕੀ ਲਿਖਿਆ? ਨਬੀ ਨੇ ਕਿਹਾ ਉੱਠ ਆਪਣੇ ਘਰ ਜਾ। ਜਦੋਂ ਤੂੰ ਆਪਣੇ ਸ਼ਹਿਰ ਦੇ ਵਿੱਚ ਪੈਰ ਰੱਖੇਗੀ ਉਸ ਵੇਲੇ ਮੁੰਡੇ ਦੀ ਡੈਥ ਹੋ ਜਾਏਗੀ। ਉਸੇ ਵੇਲੇ ਦੇਖੋ ਮੇਰੇ ਜੀ ਸਾਥੀਓ, ਛਲਣ ਵਾਸਤੇ ਆਈ ਆ, ਪਰ ਪਰਮੇਸ਼ਵਰ ਦੇ ਦਾਸ ਨੂੰ ਪਵਿੱਤਰ ਆਤਮਾ ਨੇ ਕੀ ਬੋਲਿਆ ਕਿ ਮੈਂ ਤੈਨੂੰ ਕੜਕ ਜਵਾਬ ਦੇਣ ਵਾਸਤੇ ਘੱਲਿਆ, ਕਿ ਤੂੰ ਉਹਨੂੰ ਕੜਕ ਜਵਾਬ ਦੇਈ। ਮੇਰੇ ਜੀ ਸਾਥੀਓ, ਇਹ ਹੋਲੀ ਸਪਿਰਿਟ ਦੀ ਗੱਲ ਮੰਨਣੀ। ਅੱਜ ਕੋਈ ਕਲੀਸਿਆ 'ਚ ਗਲਤ ਕੰਮ ਕਰਦਾ, ਸਾਡਾ ਕੰਮ ਆ ਉਹਦਾ ਪਰਦਾਫਾਸ਼ ਕਰਨਾ, ਬਾਈਬਲ ਦੇ ਦੁਆਰਾ, ਭੇਦ ਦੇ ਦੁਆਰਾ। ਜੇ ਅਸੀਂ ਉਹਦੀਆਂ ਚੂਰਮੇ ਤੇ ਰੋਟੀਆਂ ਦਾ ਖਾ ਲਾਂਗੇ ਗਲਤ ਚੀਜ਼ਾਂ, ਤੇ ਫਿਰ ਸਾਡੀ ਨੇਰੀ ਪ੍ਰਭੂ ਪੂਰੀ ਲਿਆਏਗਾ, ਸਾਨੂੰ ਮਾਫ ਨਹੀਂ ਕਰੇਗਾ ਖੁਦਾ, ਕਿਉਂਕਿ ਸਾਡਾ ਕੰਮ ਹੈ ਕੋ ਸਪਸ਼ਟ ਜੋ ਬਾਈਬਲ ਦੱਸਦੀ ਹੈ। ਅੱਜ ਦੀਆਂ ਬਹੁਤ ਸਾਰੀਆਂ ਸੇਵਕਾਂ ਬਾਈਬਲ ਤੋਂ ਬਿਨਾਂ ਚੱਲ ਰਹੀਆਂ ਵਾ। ਬਾਈਬਲ ਕੁਝ ਕਹਿ ਰਹੀ ਆ, ਉਹ ਕੁਝ ਕਰ ਰਿਹਾ, ਪ੍ਰਭੂ ਕੁਝ ਕਹਿ ਨਹੀਂ ਕਹਿੰਦਾ, ਆਪਾਂ ਕੁਝ ਕਰ ਰਹੇ ਆ। ਆਪਾਂ ਕਹਿੰਦੇ ਪ੍ਰਭੂ ਤੂੰ ਸਾਡੀ ਗੱਲ ਮੰਨ, ਨਹੀਂ ਤੇ ਇਦਾਂ ਚੱਲਣਾ ਹੀ। ਭੁਲੇਖੇ ਚੋਂ ਬਾਹਰ ਹੋ, ਭੁਲੇਖੇ ਦੀਆਂ ਦੁਕਾਨਦਾਰੀਆਂ ਚੋਂ ਨਿਕਲੋ। ਮਰਜ਼ੀ ਤੁਹਾਡੀ ਆ ਕਿਹੜੀ ਚੀਜ਼ ਨੂੰ ਚੁਣਨਾ। ਜੇ ਸ਼ਾਇਦ ਇਹ ਕਿਤਾਬ ਜਦ ਫਸਟ ਦੀ 3 ਐਤ ਪੜ੍ਹਦੇ ਨੇ, ਬਾਈਬਲ 'ਚ ਲਿਖਿਆ ਬਲਦ ਆਪਣੇ ਮਾਲਕ ਨੂੰ ਤੇ ਖੋਤਾ ਆਪਣੇ ਸਾਈਂ ਦੀ ਕੁਰਲੀ ਨੂੰ ਸਿਆਣਦਾ। ਅੱਜ ਪ੍ਰਭੂ ਤੁਹਾਨੂੰ ਦੇਖਣਾ ਚਾਹੁੰਦਾ ਕਿ ਉਹ ਜਾਨਵਰ ਹੋ ਕੇ ਵਫਾਦਾਰ, ਪਰ ਤੁਹਾਡੀ ਵਫਾਦਾਰੀ ਕਿੱਥੇ ਆ? ਹੁਣ ਇਹ ਜਗ੍ਹਾ ਤੇ ਪਰਮੇਸ਼ਵਰ ਦੇ ਦਾਸ ਨੇ ਕੀ ਬੋਲਿਆ ਕਿ ਤੂੰ ਉੱਠ ਆਪਣੇ ਘਰ ਜਾ, ਤੇਰੇ ਸ਼ਹਿਰ ਵਰਨ ਤੇ ਪੈਰ ਰੱਖਣ ਦੇ ਆਈ ਤੇਰਾ ਮੁੰਡਾ ਮਰ ਜਾਵੇਗਾ। ਪ੍ਰਭੂ ਦੇ ਦਾਸ ਨੇ ਪਹਿਲੇ ਦੱਸ ਦਿੱਤਾ ਵਾ ਕਿ ਜਦ ਤੂੰ ਘਰ ਦੇ ਵਿੱਚ ਆਪਣੇ ਸ਼ਹਿਰ 'ਚ ਪੈਰ ਰੱਖੇਂਗੀ ਤੇ ਤੇਰੇ ਮੁੰਡੇ ਦੀ ਡੈਥ ਹੋ ਜਾਏਗੀ। ਕਿਉਂ ਬੋਲਿਆ? ਕਿਉਂਕਿ ਇਹਨਾਂ ਨੇ ਬੁੱਤ ਪੂਜਾ ਕੀਤੀ ਆ, ਨਾਲ ਆਪ ਕੀਤੀ ਆ, ਨਾਲ ਦੂਸਰਿਆਂ ਦੇ ਕੋਲੋਂ ਕਰਵਾਈ ਆ। ਇਸ ਕਰਕੇ ਅੱਜ ਮੇਰੇ ਜੀ ਸਾਥੀਓ, ਅਸੀਂ ਤੁਹਾਨੂੰ ਬੁੱਤ ਪੂਜਕਾਂ ਦੀ ਚੀਜ਼ਾਂ ਕਿਉਂ ਦੱਸਦੇ, ਕਿਉਂ ਸਿਖਾਉਂਦੇ ਆ? ਜੇ ਅਸੀਂ ਦੋਨੋਂ ਪਿਓ ਪੁੱਤ ਤੁਹਾਨੂੰ ਰੀਅਲ ਵਚਨ ਦੇ ਰਹੇ ਆ, ਕਿਉਂਕਿ ਇਹਨੂੰ ਮੰਨਣਾ ਨਾ ਮੰਨਣਾ ਡਿਪੈਂਡ ਤੁਹਾਡੇ ਤੇ ਆ। ਬਾਈਬਲ ਦੇ ਵਿੱਚ ਲਿਖਿਆ ਜਦ ਪਿਲਾਤੂਸ ਦੇ ਕੋਲ ਪ੍ਰਭੂ ਯਿਸੂ ਨੂੰ ਲੈ ਕੇ ਗਏ ਆ, ਔਰ ਯਹੂਦੀ ਸਾਰੇ ਮਿਲ ਕੇ ਕੀ ਕਹਿੰਦੇ ਆ ਕਿ ਇਹਨੂੰ ਕਰੂਸ ਦਿਓ। ਔਰ ਬਾਈਬਲ 'ਚ ਲਿਖਿਆ ਪਿਲਾਤੂਸ ਨੇ ਆਖਿਆ ਕਿ ਮੈਂ 'ਚ ਕੋਈ ਗਲਤੀ ਨਹੀਂ ਵੇਂਦਾ, ਮੈਨੂੰ ਕੋੜੇ ਮਾਰ ਕੇ ਤੇ ਛੱਡ ਦਾਂਗਾ। ਔਰ ਵਚਨ 'ਚ ਕੀ ਲਿਖਿਆ? ਨਹੀਂ ਮੰਨਦੇ ਲੋਕ, ਆਂਦੇ ਬਰਬਾ ਨੂੰ ਛੱਡ ਦੋ, ਪ੍ਰਭੂ ਯਿਸੂ ਨੂੰ ਸਲੀਬ ਦੋ। ਔਰ ਦੱਸਿਆ ਕਿ ਪਿਲਾਤੂਸ ਨੇ ਕੀ ਆਖਿਆ ਕਿ ਪਾਣੀ ਲਿਓ, ਇਹਦੀ ਮੌਤ ਤੋਂ ਮੈਂ ਆਪਣੇ ਹੱਥ ਧੋ ਲਾਂਗਾ। ਮੇਰੇ ਕਹਿਣ ਦਾ ਭਾਵ ਇਹ ਆ ਕਿ ਅੱਜ ਮੇਰੇ ਜੀ ਸਾਥੀਓ, ਸਾਡਾ ਕੰਮ ਹੈ ਵਚਨ ਦੇਣਾ, ਤੁਹਾਡਾ ਕੰਮ ਮੰਨਣਾ ਜਾਂ ਮੰਨਣਾ। ਕਿਉਂਕਿ ਬਾਈਬਲ ਸਿਰਫ 2 ਰਸਤੇ ਦੱਸਦੀ ਆ, ਅਛਾਈ ਔਰ ਬੁਰਾਈ। ਇਹਨਾਂ ਦੋਨਾਂ ਦੇ ਸਿਲੈਕਟ ਤੁਸੀਂ ਕਰਨਾ। ਤੁਸੀਂ ਕਿਹਨੂੰ ਸਿਲੈਕਟ ਕਰਦੇ ਜੇ? ਅੱਜ ਦੀ ਸਟੋਰੀ ਵਿੱਚ ਤੁਸੀਂ ਕਿਹਨੂੰ ਸਿਲੈਕਟ ਕਰਦੇ ਜੇ? ਜੇ ਤੁਸੀਂ ਨਹੀਂ ਮੰਨੋਗੇ ਤੇ ਫਿਰ ਜਿੱਦਾਂ ਜਰਾਬਾਮ ਦੀ ਘਰ ਦੀ ਦਾ ਨੁਕਸਾਨ ਆ, ਜਰਾਬਾਮ ਨੂੰ ਰਾਜ ਮਿਲ ਕੇ ਰਾਜ ਖੋਇਆ ਵੀ ਗਿਆ, ਨੁਕਸਾਨ ਵੀ ਆ, ਇਸ ਤਰ੍ਹਾਂ ਤੁਹਾਡਾ ਵੀ ਹੋਏਗਾ। ਯਹੂਦਾ ਦੀ ਪੱਤਰੀ ਜਦ ਤੁਸੀਂ ਉਹਦੇ 1 ਬਾਬ ਦੀ 4 ਆਇਤ ਪੜੋਗੇ, ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੇ ਮਿਸਰ ਦੇ ਵਿੱਚੋਂ ਲੋਕਾਂ ਨੂੰ ਬਚਾਇਆ, ਪਰ ਜਦੋਂ ਲੋਕਾਂ ਨੇ ਪ੍ਰਤੀਤ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਨਾਸ਼ ਵੀ ਕਰ ਦਿੱਤਾ। ਮੇਰੇ ਜੀ ਸਾਥੀਓ, ਜਦ ਤੱਕ ਪ੍ਰਤੀਤ ਦੇ ਵਿੱਚ ਰਹੋਗੇ ਪ੍ਰਭੂ ਤੁਹਾਨੂੰ ਸੁਪਰ ਡੁਪਰ ਬਰਕਤਾਂ ਦੇਵੇਗਾ। ਜਿੱਥੇ ਆਣ ਕੇ ਤੁਹਾਡਾ ਵਿਸ਼ਵਾਸ ਡੋਲ ਗਿਆ, ਤੁਸੀਂ ਦੂਜੇ ਦੇਵੀ ਦੇਵਤਿਆਂ ਨੂੰ ਮੰਨਣਾ ਸ਼ੁਰੂ ਕੀਤਾ, ਉਸ ਵਕਤ ਸਮਝੋ ਤੁਹਾਡੇ ਘਰ ਦੀ ਤਬਾਹੀ ਸ਼ੁਰੂ ਹੋ ਗਈ ਆ। ਇਸ ਕਰਕੇ ਮੇਰੇ ਜੀ ਸਾਥੀਓ, ਰੀਅਲ ਮੈਨ ਆਫ ਗੋਡ ਉਹੀ ਆ ਜੋ ਤੁਹਾਨੂੰ ਰੀਅਲ ਪਿਓਰ ਖਾਲਿਸ ਵਚਨ ਦਿੰਦਾ। ਅੱਜ ਖਾਲਿਸ ਸੌਦੇ ਨਹੀਂ ਆ,
ना खालिस कोई चीज आ, पर वचन खालिस आ। ये तुहानू प्योर कर रहा। प्योर प्योर किनू कहंदे? जिहदे च कोई दाग नहीं है। अरे कोई चीज रियल नहीं है, सब नकल खाण दे सी घरां दे विच। तेल भी नकली, हर एक चीज नकली, रिफाइंड तक नकली, पर ये ओरिजिनल आ। इनू रोज खाओ, तुहानू पता लग जू तुहाडे अंदर दी मिलावट वेखो किदां निकलदी। अज दा वचन बड़ा कड़किया मेरे जी साथियों, बुत पूजा दे वचन आ कि जे जराबाम ने छलिया हिया नबी नू, की बाइबल कह रही आ कि लालच दिता, 10 रोटियां लै जा, मरदमा लै जा, चूरमा लै जा, ते नबी नू छल जाके ते अपने आप नू होर बना। कोई भी प्रभु दे दासां नू छल नहीं सकदा मेरे जी साथियों। और परमेश्वर कदी माफ नहीं करता। तुहानू लगदा वा माफ कर दिंदा, प्रभु को माफी मांग लांगे। माफी मेरे जी साथियों ना चेरी जब तक असीं नहीं जानते। इब्रानिया जो 10 बाब की 26 आयत पढ़ते हैं, उन्होंने ध्यान दे के पढ़ियो। उत्ते लिखा जे इस सत्य दे ज्ञान नू जान के जान बुझ के पाप करते हैं, तो फिर पापां दे निमित्त कोई भी बलिदान नहीं है। इस करके मेरे जी साथियों सुपर डुपर वचना विच बनो, झूठे मसीह ना बनो। अज बहुत सारे थावां ते वेखो की हो रहा, बाइबल की कोई नॉलेज नहीं, अपनी मर्जियां चल रही, और होली स्पिरिट उन्होंने बिल्कुल गल नहीं करता। प्रभु कहता कि जिहड़ियां मेरियां भेडां वो मेरी आवाज नूं सियाणदियां, पराए दे मगर नहीं जांदियां। जे जराबाम नूं खुदा ने राज दिता सी, इहनूं बुत्तां दी पूजा कीती, इहने टलवियां मूरतां बनाईयां। प्रभु कहंदा ने मैनूं पिठ पिछे सुੱਟ दिता वा, जिन्हें ब्लेस्ड कीता। जे प्रभु ने शौल नूं नहीं बख्शिया, शौल गलतियां करता सी, उन्होंने नहीं बख्शिया, फिर जराबाम नूं क्यों बख्शेगा? अज तुहानूं राज दिंदा प्रभु, तुहानूं मंत्री बना दिंदा, बहुत वड्डी पोस्ट दिंदा, तुसीं रल के बाद दूजिआं नाल बुत पूजा करदे, तुहाडा ख्याल तुहानूं माफ करेगा खुदा? कदी नहीं करेगा। दूसरी कौम नूं भेजेगा, तुहाडा नाश करा देगा। शुरू तो बाइबल पढ़ के को जिन्नियां नबी जिन्नियां भी राजिआं नूं मारिया, प्रभु इसे ढंग नाल मारदा सी। जदों गलत काम करदा सी, दूजिआं कौमां देश ते चढ़ाउंदा सी, उस विच काल पा दिंदा सी, उत्थे उन्हां दी राणियां नूं बंदी बना के लै जांदे सी, उन्हां ने बच्चों नूं बंदी बना के लै जांदे सी। क्यों कराउंदा कौन ही? प्रभु। क्योंकि सही प्रभु नाल नहीं चलदे। हुण अगली साइड ते मैं पढ़ांगा जी 13 नंबर आयत। तां सारे इजरायली ओहदा सोग करनगे अते ओहनूं दबणगे, क्यों जो जराबाम दा इहो कल्ला कबर विच पवेगा, इसलिए कि जराबाम दे घराणे विच यहोवा इस्राएल दा परमेश्वर नूं उस विच कुछ ही चंगी गल लभी। दस्सा कि इहो कल्ला कबर विच पवेगा, बाकी कबर दे विच भी नहीं जाणगे। अगली साइड ते हुण अगली साइड ते पढ़दी है, अते यहोवा अपने वल्लों इस्राएल उत्ते एक पातशाह खड़ा करेगा, जिहड़ा उस दिन जराबाम दे घराणे नूं नाश करेगा। हुण बाइबल च लिखिआ, हुण वेखो प्रभु ने जे प्रभु ने राज दिता तो ਉਹਦਾ नाश करने वाला भी नाल ही तैयार किया वा। हुण दस्सिआ कि अते यहोवा अपने लिए इजरायली विचों एक पातशाह खड़ा करेगा, जिहड़ा उस दे दिन ਉਹਦੇ घराणे दा नाश करेगा, कि ਇਹ ਅੱਜ ਦੇ दिन ही ਅਤੇ ਹੁਣੇ ही दस्सिआ कि चुनेगा। मेरे जी साथियों, जे प्रभु राज देना जानदा, प्रभु लेना भी जानदा। जे तुसी अज प्रभु का धन्नवाद नहीं करोगे, तुसीं बच्चे ले लिया, तुहानूं घर मिल गया, तुहानूं नौकरियां मिल गईयां, तुसीं प्रभु का शुक्र भी नहीं कर रहे, तुसीं जाके फिर दूजे देवी देवतिਆਂ ਨੂੰ मत्थे टेकदे जे भी सानूं प्रभु ने की दिता। ते बाइबल च लिखिआ, प्रभु उस वक्त बंदा खड़े करेगा जिहड़ा तुहाडा नाश करेगा। प्रभु आप नहीं मारेगा। अज सियाणे दी कहावत है कि प्रभु डांग नाल नहीं मारदा, प्रभु मत ही उल्ट करदा। प्रभु लड़ाई डंडियां नाल नहीं करदा, मत तुहाडी उल्ट करेगा, तुसीं ऑटोमैटिक काम गलत करोगे, फस जाओगे। अगली साइड ते 15 नंबर इत्थे लिखिआ, अते यहोवा इस्राएल नूं ऐओ मारेगा जिवें पानी विच काना हिलाया जांदा है, अते ओ इस्राएल नूं इसे चंगी भूमि विच उखाड़ देवेगा जो उसने उन्हां दे पिओ दादिआं नूं दित्ती सी, अते उन्हां दे दरिया दे पार खिलार देवेगा, क्यों जो उन्होंने अपने लिए टुंड देव बनाए अते यहोवा नूं क्रोधित किया। आमीन।
ਵੇਖੋ ਮੇਰੇ ਜੀ ਸਾਥੀਓ, ਤੇ ਫਿਰ ਉਹੀ ਗੱਲ ਆ ਗਈ ਦੱਸਿਆ ਕਿ ਉਹਨਾਂ ਨੇ ਕੀ ਕੀਤਾ, ਟੁੰਡ ਦੇਵ ਬਣਾਏ। ਟੁੰਡ ਦੇਵ ਨੂੰ ਬਣਾ ਕੇ ਤੇ ਮੰਨਿਆ, ਤੇ ਬਾਈਬਲ 'ਚ ਲਿਖਿਆ ਪ੍ਰਭੂ ਨੂੰ ਕ੍ਰੋਧਵਾਨ ਕੀਤਾ। ਦੱਸਿਆ ਕਿ ਅਤੇ ਉਹਨਾਂ ਦੇ ਦਰਿਆ ਦੇ ਪਾਰ ਖਿਲਾਰ ਦੇਵੇਗਾ, ਕਿਉਂ ਜੋ ਉਹਨਾਂ ਨੇ ਆਪਣੇ ਲਈ ਟੁੰਡ ਦੇਵ ਬਣਾਏ ਅਤੇ ਯਹੋਵਾ ਨੂੰ ਕ੍ਰੋਧਵਾਨ ਕੀਤਾ। ਮੇਰੇ ਜੀ ਸਾਥੀਓ, ਬਾਰ-ਬਾਰ ਪ੍ਰਭੂ ਬੁੱਤ ਪੂਜਕਾਂ ਆ ਮੂਰਤਾਂ ਬਣਾ ਦਿੰਦੇ ਆ, ਦਰਗਾਹਾਂ ਬਣਾ ਦਿੰਦੇ ਤੇ ਮੱਥੇ ਟੇਕਦੇ ਆ। ਪ੍ਰਭੂ ਨੂੰ ਗੁੱਸਾ ਚੜਦਾ ਇਹਨਾਂ ਚੀਜ਼ਾਂ ਤੇ। ਮੇਰੇ ਜੀ ਸਾਥੀਓ, ਕਦੀ ਮੱਥਾ ਨਹੀਂ ਟੇਕਣਾ, ਕਦੀ ਤੇਲ ਨਹੀਂ ਪਾਉਣਾ। ਵੇਖੋ ਪ੍ਰਭੂ ਨੇ ਨਾਸ਼ ਕਰਨਾ ਜੇ, ਬਚ ਜਾਓ। ਇਹ ਗਲਤੀ ਕਦੀ ਨਾ ਕਰਿਓ, ਕਦੀ ਸਿਆਣੇ ਕੋ ਪੁੱਛਣਾ ਨਾ ਪਾਓ। ਵੇਖੋ ਤੁਸੀਂ ਪੁੱਛਣਾ ਪਾਉਣੀ ਆ ਪਰਮੇਸ਼ਵਰ ਦੇ ਦਾਸਾਂ ਦੇ ਕੋਲ ਆਓ, ਮੇਰੇ ਕੋਲ ਆਓ, ਸੰਤਾਂ ਕੋਲ, ਕਿਉਂਕਿ ਜਦੋਂ ਤੁਸੀਂ ਬਾਈਬਲ ਪੜੋਗੇ, ਦੂਸਰਾ ਰਾਜਾ ਉਹਦਾ ਪਹਿਲਾ ਅਧਿਆਇ ਪੜੋ, ਬਾਈਬਲ 'ਚ ਲਿਖਿਆ ਜਦੋਂ ਅਜ਼ੀਜ਼ਾ ਰਾਜਾ ਬਿਮਾਰ ਹੋ ਗਿਆ, ਉਹਨੇ ਆਪਣੇ ਹਲਕਾਰੇ ਨੂੰ ਕਿੱਥੇ ਘੱਲਿਆ ਕਿ ਜੋ ਕਨੌਰ ਦੇ ਦੇਵਤੇ ਕੋ ਪੁੱਛਣਾ ਪਵਾ ਗਿਓ। ਉੱਥੇ ਪੜੋ ਤੀ ਵਚਨ, ਤੁਹਾਨੂੰ ਪਤਾ ਲੱਗੇਗਾ। ਉੱਥੇ ਲਿਖਿਆ ਕਿ ਪਰਮੇਸ਼ਵਰ ਦੇ ਦੂਤ ਨੇ ਆਖਿਆ ਕਿ ਇਸਰਾਈਲੀਆਂ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ, ਕੋਈ ਨਬੀ ਨਹੀਂ ਹੈ ਜਿਹਦੇ ਕੋਲ ਤੁਸੀਂ ਜਾ ਕੇ ਸਿਆਣੇ ਕੋ ਪੁੱਛਦੇ। ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਜੋ ਵੀ ਪੁੱਛੋਗੇ ਤੁਹਾਨੂੰ ਖੁਦਾ ਦਾ ਆਤਮਾ ਪ੍ਰਗਟ ਕਰੇਗਾ ਕਿ ਤੁਹਾਡੇ ਕੰਮ ਕਿੱਦਾਂ ਬਣਨਗੇ, ਇਹ ਕਿਸ ਤਰ੍ਹਾਂ ਹੋਣਾ ਚਾਹੀਦਾ, ਕਿਸ ਤਰ੍ਹਾਂ ਪ੍ਰੇਅਰ ਕਰਨੀ, ਇਸ ਕੰਮ ਦਾ ਕਿੱਦਾਂ ਵਿਸ਼ਾ ਪੜਨਾ, ਔਰ ਕਿਸ ਤਰੀਕੇ ਨਾਲ ਕਿਹੜਾ ਵਚਨ ਪੜਨਾ। ਫਿਰ ਮੇਰੇ ਜੀ ਸਾਥੀਓ, ਆਪਣੇ ਦਾਸਾਂ ਨੂੰ ਮਿਲੋ, ਸਿਆਣੇ ਕੋਲ ਨਾ ਜਾਓ, ਪੱਤਰੀ ਨਾ ਖਲਾਓ, ਕਿਉਂਕਿ ਬਾਈਬਲ 'ਚ ਲਿਖਿਆ ਤੁਸੀਂ ਚਿੰਤਾ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੀ ਪਲ ਵਧਾ ਨਹੀਂ ਸਕਦੇ। ਹੁਣ ਇੱਥੇ ਫਿਰ ਪ੍ਰਭੂ ਨੂੰ ਗੁੱਸਾ ਆਇਆ ਕਿ ਤੁਸੀਂ ਟੁੰਡ ਦੇਵਤੇ ਬਣਾਏ ਤੇ ਯਹੋਵਾ ਨੂੰ ਕ੍ਰੋਧਵਾਨ ਕੀਤਾ। ਅੱਜ ਦਾ ਮੇਰਾ ਟਾਈਟਲ ਕੀ ਆ ਕਿ ਛਲਨਾ ਦੀ ਸਜ਼ਾ। ਜ਼ਰਾਬਾਮ ਦੀ ਰਾਣੀ ਤੇ ਜ਼ਰਾਬਾਮ ਨੇ ਛਲਿਆ ਹੀਆ ਨਬੀ ਨੂੰ, ਔਰ ਹੀਆ ਨਬੀ ਦੇ ਦੁਆਰਾ ਪ੍ਰਭੂ ਨੇ ਸਖਤ ਸੁਨਾ ਘੱਲੇ ਕਿ ਇਹਨਾਂ ਨੂੰ ਦੱਸ ਦੇ। ਅਗਲੀ ਸਾਈਡ, ਅਤੇ ਉਹ ਇਸਰਾਇਲ ਨੂੰ ਜ਼ਰਾਬਾਮ ਦੇ ਪਾਪ ਦੇ ਕਾਰਨ ਤਿਆਗ ਦੇਵੇਗਾ, ਕਿਉਂ ਜੋ ਉਹ ਪਾਪੀ ਬਣੇ ਅਤੇ ਇਸਰਾਇਲ ਨੂੰ ਪਾਪੀ ਬਣਾਇਆ। ਆਮੀਨ। ਹੁਣ ਵੇਖੋ, ਜ਼ਰਾਬਾਮ ਨੇ ਗਲਤੀ ਕੀਤੀ ਆ ਤੇ ਇਸਰਾਇਲ ਦੇ ਲੋਕ ਉਹਦੇ ਮਗਰ ਲੱਗ ਕੇ ਉਹਨਾਂ ਨੇ ਬੁੱਤਾਂ ਦੀ ਪੂਜਾ ਕੀਤੀ ਆ। ਹੁਣ ਇੱਥੇ ਲਿਖਿਆ ਨਾ, ਅਤੇ ਉਹ ਇਸਰਾਇਲ ਨੂੰ ਜ਼ਰਾਬਾਮ ਦੇ ਪਾਪ ਦੇ ਕਾਰਨ ਤਿਆਗ ਦੇਗਾ। ਦੱਸਿਆ ਕਿ ਜਿਹੜੀ ਜ਼ਰਾਬਾਮ ਨੇ ਪਾਪ ਕੀਤਾ, ਮੂਰਤਾਂ ਬਣਾਈਆਂ, ਬਿਆਲ ਦੀ ਪੂਜਾ ਕੀਤੀ ਤੇ ਨਾਲ ਹੀ ਉਹਨੇ ਇਸਰਾਇਲੀਆਂ ਦੇ ਕੋਲੋਂ ਕਰਾਈ, ਤੇ ਦੱਸਿਆ ਕਿ ਪ੍ਰਭੂ ਇਸੇ ਕਰਕੇ ਉਹਨਾਂ ਨੂੰ ਛੱਡ ਦੇਵੇਗਾ। ਤੇ ਗਾੜੀ ਲਿਖਿਆ ਅਤੇ ਇਸਰਾਇਲ ਪਾਪੀ ਬਣਿਆ, ਕਿਉਂਕਿ ਉਹਨਾਂ ਨੇ ਜ਼ਰਾਬਾਮ ਨੇ ਜਿਹੜੀ ਗਲਤੀ ਕੀਤੀ ਆ ਨਾਲ ਉਹਨੇ ਇਸਰਾਇਲੀਆਂ ਦੇ ਕੋਲੋਂ ਕਰਾਈ ਆ। ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਤਿਆਗਤਾ। ਕਿਉਂ? ਪ੍ਰਭੂ ਕਹਿੰਦਾ ਤੁਸੀਂ ਜ਼ਰਾਬਾਮ ਦੇ ਕਾਰਨ ਪਾਪੀ ਬਣੇ ਜੇ। ਅੱਜ ਮੇਰੇ ਜੀ ਸਾਥੀਓ, ਮੈਂ ਕਿਉਂ ਸਖਤ ਬੋਲਦਾ ਜ਼ਿਆਦਾ ਕਿ ਤੁਹਾਨੂੰ ਕੋਈ ਵੀ ਪਾਸਟਰ, ਕੋਈ ਵੀ ਬੰਦਾ ਕਹੇ ਕੋਈ ਗੱਲ ਨਹੀਂ ਜੀ, ਦੁਆ ਕਰਕੇ ਪ੍ਰਸ਼ਾਦ ਖਾ ਲਈਦਾ, ਦੁਆ ਕਰਨੀ, ਕਿਤੇ ਵੀ ਨਹੀਂ ਜੇ ਲਿਖਿਆ ਮਰ ਨਾ ਜਾਇਓ, ਆਪਣੇ ਬੱਚਿਆਂ ਦਾ ਨੁਕਸਾਨ ਨਾ ਕਰਾ ਲਿਓ, ਆਪਣੇ ਬਿਜ਼ਨਸ ਦਾ ਬੇੜਾ ਕਰਕੇ ਨਾ ਕਰਾ ਲਿਓ, ਆਪਣੇ ਘਰ ਦਾ ਬੇੜਾ ਕਰਕੇ ਨਾ ਕਰਾ ਲਿਓ। ਮੈਂ ਤੁਹਾਨੂੰ ਬਾਰ-ਬਾਰ ਦੱਸਦਾ, ਕਿਸੇ ਦੇ ਮਗਰ ਨਾ ਲੱਗੋ। ਇੱਥੇ ਵੇਲੋ ਪ੍ਰਭੂ ਨੇ ਕਰੈਕਟ ਕਲੀਅਰ ਲਿਖਤਾ। 14 ਦੀ 16 ਪੜ੍ਹ ਲਿਓ ਧਿਆਨ ਦੇ ਕੇ ਆਪਣੇ ਘਰ 'ਚ। ਜ਼ਰਾਬਾਮ ਦੇ ਕਾਰਨ ਪ੍ਰਭੂ ਨੇ ਇਸਰਾਇਲੀਆਂ ਨੂੰ ਤਿਆਗਦਾ, ਵਿੱਚ ਛੱਡਤਾ ਲੋਕਾਂ ਨੂੰ, ਕਿਉਂਕਿ ਉਹਨਾਂ ਨੇ ਕੀ ਕੀਤਾ, ਜ਼ਰਾਬਾਮ ਦੀ ਗੱਲ ਮੰਨੀ। ਉਹਨਾਂ ਨੇ ਆਪਣੇ ਨਬੀਆਂ ਦੇ, ਅੱਜ ਕਿੰਨੇ ਲੋਕ ਸਾਡੀ ਗੱਲ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ ਆ। ਉਤੋਂ ਪ੍ਰਭੂ ਦਾ ਮਨ ਦੁਖੀ ਹੁੰਦਾ ਕਿ ਮੇਰੇ ਦਾਸ ਨੂੰ ਸਾਈਡ ਤੇ ਕਰ ਦੋ। ਹੁਣ ਮੈਂ ਇਹਨਾਂ ਨੂੰ ਪੁੱਛਾਂਗਾ। ਅਗਲੀ ਸਾਈਡ 17 ਨੰਬਰ ਗੜ ਲਿਖਿਆ, ਤਾਂ ਜ਼ਰਾਬਾਮ ਦੀ ਰਾਣੀ ਉੱਠੀ ਅਤੇ ਚੱਲ ਪਈ ਅਤੇ ਤਿਰਜ਼ਾ ਨੂੰ ਆਈ। ਉਹ ਘਰ ਦੀ ਦਲੀਜ ਉੱਤੇ, ਦਲੀਜ ਕੋਲ ਅਪੜੀ ਹੀ ਸੀ ਤੇ ਮੁੰਡਾ ਮਰ ਗਿਆ। ਜਿੱਦਾਂ ਮੇਰੇ ਜੀ ਸਾਥੀਓ, ਜਿੱਦਾਂ ਹੀ ਪ੍ਰਭੂ ਦੇ ਦਾਸ ਨੇ ਪ੍ਰੋਫੈਸੀ ਕੀਤੀ ਸੀ ਕਿ ਜਦ ਤੂੰ ਸ਼ਹਿਰ 'ਚ ਵੜੇਂਗੀ ਤੇ ਤੇਰਾ ਮੁੰਡੇ ਦੀ ਡੈਥ ਹੋ ਜਾਏਗੀ। ਹੁਣ ਤੁਸੀਂ ਵੇਖ ਲਿਆ ਕਿ ਇਹਨੇ ਗਲਤੀਆਂ ਕਿਹੜੀਆਂ ਕੀਤੀਆਂ। ਬੁੱਤ ਪੂਜਾ ਕੀਤੀ, ਨਾਲ ਦੂਜਿਆਂ ਕੋ ਕਰਾਈ, ਆਪਦੇ ਪਾਪੀ ਬਣਿਆ, ਨਾਲ ਦੂਜਿਆਂ ਦਾ ਬੇੜਾ ਕਰਕੇ ਕੀਤਾ। ਜਿਹੋ ਜਿਹੇ ਵੀ ਲੋਕ ਹੈਗੇ ਆ, ਆਪਣੇ ਘਰ ਨੂੰ ਤੇ ਅੱਗ ਲੱਗੀ, ਨਾਲ ਦੂਜਿਆਂ ਦੇ ਨੂੰ ਵੀ ਲਾਈ ਜਾਂਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਜਿੰਨੇ ਜੀ ਸਾਥੀ, ਜਿੰਨੇ ਮੇਰੇ ਲਗਾਤਾਰ ਵਚਨ ਸੁਣਦੇ ਆ, ਬਹੁਤ ਥੋੜੇ ਵਚਨ ਸੁਣਦੇ ਆ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਮੇਰੇ ਜੀ ਸਾਥੀਓ, ਤੁਹਾਨੂੰ ਕੋਈ ਕੁਝ ਵੀ ਕਵੇ, ਤੁਸੀਂ ਆਪਣੇ ਆਗੂ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਸੁਣਨੀ, ਪਵਿੱਤਰ ਬਾਈਬਲ ਤੋਂ ਬਿਨਾਂ ਕਿਸੇ ਤੇ ਯਕੀਨ ਨਹੀਂ ਕਰਨਾ। ਤੁਹਾਨੂੰ ਕੋਈ ਮਿੰਨੀ ਮਰਜ਼ੀ ਮੁੱਠੀਆਂ ਫੁੱਲੀਆਂ ਚੜਾਵੇ, ਜੇ ਫਸ ਜਾਓਗੇ ਤੁਹਾਨੂੰ ਬਚਾਉਣਾ ਨਹੀਂ ਜੇ ਕਿਸੇ ਨੇ। ਫਿਰ ਤੁਸੀਂ ਕਹਿਣਾ ਪਾਸਟਰ ਜੀ ਪ੍ਰੇਅਰ ਕਰੋ ਸਾਡੇ ਘਰ ਦਾ ਬਚਾਅ ਜੇ, ਕਿਉਂਕਿ ਬਾਅਦ ਚ ਪ੍ਰਭੂ ਨੇ ਪਾਸਟਰ ਨੂੰ ਨਹੀਂ ਛੱਡਣਾ,
क्योंकि मेरे नाल होशिया 4-5 दोनों चैप्टर कंप्लीट करो, लिख लो बाइबल। होशिया की किताब ओदा 4 नंबर चैप्टर, ओदा 5 नंबर चैप्टर, दोनों चैप्टर कंप्लीट करो सारे बैठ के अपने घर च। ਤੁਹਾਨੂੰ पता लगेगा कि खुदा की करना कहंदा, तुसी की कर रहे हो। ਇੱਥੇ ਮੇਰੇ ਜੀ ਸਾਥੀਓ ਰਾਣੀ ਸ਼ਾਲੀ ਆਈ, ਆਪਾਂ ਰਾਣੀ ਨੂੰ ਪਰਮੇਸ਼ਵਰ ਦੇ ਕਿੱਡੇ ਸਖਤ ਗੱਲਾਂ ਦਸੀਆਂ ਕਿ ਤੂੰ ਘਰ ਵੜੇਗੀ ਤਾਂ ਉਸੇ ਵਕਤ ਤਬਾਹੀ ਉੱਡ ਜਾਏਗੀ ਤੇਰੀ। ਮੇਰੇ ਜੀ ਸਾਥੀਓ ਕਦੀ ਵੀ ਹੋਲੀ ਸਪਿਰਿਟ ਪ੍ਰਭੂ ਨੂੰ ਤਿਆਗਣਾ ਨਹੀਂ ਆ। ਤੁਸੀਂ ਖੁਦਾ ਨੂੰ ਮੰਨ ਕੇ ਛੱਡੋਗੇ ਤੇ ਪ੍ਰਭੂ ਕਹਿੰਦਾ ਮੈਂ ਤੁਹਾਡੀਆਂ 7 ਦੀਆਂ 7 ਪੀੜ੍ਹੀਆਂ ਦਾ ਨਾਸ਼ ਕਰ ਦਾਂਗਾ। ਆਮੀਨ। ਅਗਲੀ ਸਾਈਡ ਤੇ ਜਦ ਮੈਂ ਪਰਮੇਸ਼ਵਰ ਦੀ ਬਾਣੀ ਨੂੰ ਪੜਾਂਗਾ 18 ਨੰਬਰ ਐਤ, ਇਹਦੇ ਵਿੱਚ ਲਿਖਿਆ ਤਾਂ ਸਾਰੇ ਇਸਰਾਏਲੀਆਂ ਨੇ ਉਸ ਨੂੰ ਦੱਬਿਆ ਅਤੇ ਉਸ ਦਾ ਸੋਗ ਕੀਤਾ ਜਿਵੇਂ ਯਹੋਵਾ ਦੇ ਵਚਨ ਸੀ, ਸੋ ਐਵੇਂ ਆਪਣੇ ਦਾਸ ਹੀਆ ਨਬੀ ਦੇ ਰਾਹੀਂ ਬੋਲਿਆ ਸੀ। ਦੱਸਿਆ ਕਿ ਜਿੱਦਾਂ ਯਹੋਵਾ ਦਾ ਵਚਨ ਹੀਆ ਨਬੀ ਦੇ ਰਾਹੀਂ ਆਇਆ ਸੀ, ਜੋ ਬੋਲਿਆ ਉਸੇ ਤਰ੍ਹਾਂ ਹੀ ਹੋਇਆ। ਜਦ ਘਰ ਵੜ ਗਈ ਆ, ਬੱਚਾ ਮਰ ਗਿਆ, ਤਾਂ ਦੱਸਿਆ ਕਿ ਸਾਰੇ ਇਸਰਾਏਲੀਆਂ ਨੇ ਕੀ ਕੀਤਾ ਅਤੇ ਸਾਰੇ ਇਸਰਾਏਲੀਆਂ ਨੇ ਉਸ ਨੂੰ ਦੱਬਿਆ ਅਤੇ ਉਸ ਦਾ ਸੋਗ ਕੀਤਾ ਜਿਵੇਂ ਯਹੋਵਾ ਦਾ ਵਚਨ ਸੀ, ਸੋ ਉਹ ਆਪਣੇ ਦਾਸ ਹੀਆ ਨਬੀ ਦੇ ਰਾਹੀਂ ਬੋਲਿਆ ਸੀ। ਅਗਲੀ ਸਾਈਡ ਤੇ ਲਿਖਿਆ ਤਾਂ ਜ਼ਰਾਬਾਮ ਦੀਆਂ ਬਾਕੀ ਗੱਲਾਂ। ਐਵੇਂ ਉਹ ਲੜਿਆ ਅਤੇ ਕਿਵੇਂ ਉਸਨੇ ਰਾਜ ਕੀਤਾ। ਅਤੇ ਵੇਖੋ ਇਜ਼ਰਾਈਲ ਦਾ ਪਾਤਸ਼ਾਹ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। ਆਮੀਨ। ਮੇਰੇ ਜੀ ਸਾਥੀਓ ਅੱਜ ਦੀ ਸਟੋਰੀ ਚੋਂ ਅਸੀਂ ਕੀ ਸਿੱਖਿਆ ਕਿ ਕਦੀ ਵੀ ਅਸੀਂ ਪ੍ਰਭੂ ਨੂੰ ਛਲੀਏ ਨਾ, ਪਰਮੇਸ਼ਵਰ ਕਿਸ ਦਾ ਲਿਹਾਜ਼ ਨਹੀਂ ਕਰੇਗਾ। ਇਸ ਕਰਕੇ ਅੱਜ ਦਾ ਮੇਰਾ ਵਚਨ ਕੀ ਆ ਕਿ ਛਲ ਨਹੀਂ ਕਰਨਾ, ਬੁੱਤਾਂ ਦੀ ਪੂਜਾ ਨਹੀਂ ਕਰਨੀ, ਦੂਸਰੇ ਲੋਕਾਂ ਦੇ ਮਗਰ ਲੱਗ ਕੇ ਨਹੀਂ ਕਰਨਾ ਕਿ ਉਹਨੇ ਕੀਤਾ ਤਾਂ ਮੈਂ ਵੀ ਕਰਾਂ, ਫਸ ਜਾਓਗੇ। 73 ਜ਼ਬੂਰ ਕੰਪਲੀਟ ਕਰੋ, ਲਿਖ ਲੋ ਦੁਸ਼ਟ ਦੀ ਝੂਠੀ ਖੁਸ਼ਹਾਲੀ। ਔਰ ਮੇਰੇ ਜੀ ਸਾਥੀਓ ਖੁਦਾ ਤੁਹਾਨੂੰ ਬਲੈਸਡ ਕਰੇ ਅੱਜ ਦੇ ਵਚਨ ਦੇ ਦੁਆਰਾ। ਇਹ ਦੋ ਵਚਨ ਜਿਹੜੇ ਅੱਜ ਤੁਸੀਂ ਸਿੱਖੇ ਆ ਕਿ ਮੂਰਤੀ ਦੀ ਭੇਟ ਕੁਝ ਹੈ ਅਥਵਾ ਮੂਰਤੀ ਕੁਝ ਹੈ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੂਤਾਂ ਦੇ ਸਾਂਝੀ ਬਣੋ। ਤੁਸੀਂ 20 ਸਾਲ ਤੋਂ ਚਰਚ ਜਾ ਰਹੇ ਜੇ, ਤੁਸੀਂ 10 ਸਾਲ ਤੋਂ ਚਰਚ ਜਾ ਰਹੇ ਜੇ, ਪਰ ਤੁਸੀਂ ਸਿਰਫ ਚਰਚ ਜਾ ਰਹੇ ਜੇ। ਜਦ ਤੁਸੀਂ ਯਾਕੂਬ ਦੀ ਪੱਤਰੀ ਫਸਟ ਅਧਿਆਇ ਪੜੋਗੇ, ਉੱਥੇ ਲਿਖਿਆ ਵਚਨ ਸੁਣਨ ਵਾਲੇ ਬਣੋ, ਨਹੀਂ ਤੇ ਸੁਣ ਕੇ ਧੋਖਾ ਦੇਣ ਵਾਲੇ ਨਾ ਬਣੋ। ਅੰਬਲਾ ਬਾਜੋ ਨੇਚਾ ਬਾਈਬਲ 'ਚ ਲਿਖਿਆ ਮੁਰਦਾ ਹੈ। ਜੇ ਤੁਹਾਡੇ ਅੰਦਰ ਅਮਲ ਨਹੀਂ ਹੈ ਤੇ ਤੁਹਾਡੀ ਨੇਚਾ ਮੁਰਦਾ ਹੈ। ਤੁਹਾਨੂੰ ਬੜੇ ਯਾਰ ਮਿਲਣਗੇ, ਉਹ ਕੋਈ ਗੱਲ ਨਹੀਂ, ਦਵਾ ਕਰਕੇ ਖਾ ਲਈਦੀ। ਸਾਡਾ ਪਾਸਟਰ ਕਹਿੰਦਾ ਖਾ ਲਓ। ਕਦੀ ਪਾਸਟਰ ਨੂੰ ਫੋਲੋ ਨਹੀਂ ਕਰਨਾ। ਫੋਲੋ ਕਰਨਾ ਤੇ ਪ੍ਰਭੂ ਯਿਸੂ ਨੂੰ ਕਰੋ। ਮੇਰੇ ਜੀ ਸਾਥੀਓ ਫੋਲੋ ਕਰਨਾ ਪਰਮੇਸ਼ਵਰ ਨੂੰ ਕਰੋ, ਕਿਉਂਕਿ ਇਬਰਾਨੀਆਂ 12:2 ਸੁਪਰ ਡੁਪਰ ਜੋ ਮੇਰਾ ਵਚਨ ਹੈ ਕਿ ਯਿਸੂ ਨੂੰ ਤੱਕਦੇ ਰਹੋ ਜਿਹੜੇ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ। ਮੇਰੇ ਜੀ ਸਾਥੀਓ ਮੈਂ ਤੁਹਾਡੇ ਨਾਲ ਬਹੁਤ ਲਵ ਕਰਦਾ, ਤੁਸੀਂ ਮੇਰੇ ਭੈਣ ਭਰਾ ਜੀ। ਮੈਂ ਨਹੀਂ ਚਾਹੁੰਦਾ ਕਿ ਮੇਰੇ ਭੈਣ ਭਰਾ ਵਚਨ ਤੋਂ ਵਾਂਝੇ ਰਹਿਣ, ਕਿ ਤੁਹਾਨੂੰ ਗਲਤ ਤਾਲੀਮ ਦਿੱਤੀ ਜਾਵੇ। ਪ੍ਰਭੂ ਪਿਓਰ ਆ, ਉਹਦੇ ਵਚਨ ਪਿਓਰ ਆ, ਤੇ ਉਹਦੇ ਬੱਚੇ ਵੀ ਪਿਓਰ ਹੋਣੇ ਚਾਹੀਦੇ ਆ, ਕਿਉਂਕਿ ਬਾਈਬਲ 'ਚ ਲਿਖਿਆ ਮੈਂ ਅਣਖੀ ਆ ਤੇ ਮੇਰੀ ਸੰਤਾਨ ਵੀ ਕੀ ਹੋਣੀ ਚਾਹੀਦੀ ਆ, ਅਣਖੀ ਹੋਣੀ ਚਾਹੀਦੀ ਆ। ਇੱਕ ਵਚਨ ਮੈਂ ਭਵਿਸ਼ਤਾ ਸਾਰ ਦੇ ਵਿੱਚੋਂ ਪੜਾਂਗਾ। ਭਵਿਸ਼ਤਾ ਦਾ ਸਾਰ ਜਦੋਂ ਤੋਂ ਮੈਂ 7 ਬਾਬ ਉਹਦੇ 5 ਬਾਬ ਦੀ 7 ਐਤ ਪੜਾਂਗਾ। ਦੇਖੋ ਮੇਰੇ ਜੀ ਸਾਥੀਓ ਵਚਨ 'ਚ ਕੀ ਲਿਖਿਆ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵੀ ਦੇਵਤੇ ਨਾ ਹੋਣ। ਨਾ ਤੂੰ ਆਪਣੇ ਲਈ ਉਕਰੀ ਮੂਰਤ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ, ਅਤੇ ਨਾ ਜਿਹੜੀ ਹੇਠਾਂ ਧਰਤੀ ਉੱਤੇ ਆ, ਅਤੇ ਨਾ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਆ। ਨਾ ਤੂੰ ਉਹਨਾਂ ਨੂੰ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ। ਗਾੜੀ ਲਿਖਿਆ ਕਿਉਂ ਜੋ ਮੈਂ ਯਹੋਵਾ ਤੇਰਾ ਅਣਖ ਵਾਲਾ ਪਰਮੇਸ਼ਰ ਹਾਂ, ਜਿਹੜਾ ਪਿਓ ਦਾਦਿਆਂ ਦੀ ਬੁਰਾਈ ਤੁਹਾਡੇ ਬੱਚਿਆਂ ਉੱਤੇ ਆਪਣੇ ਵੈਰੀਆਂ ਦੀ ਤੀਜੀ ਤੇ ਚੌਥੀ ਪੀੜ੍ਹੀ ਉੱਤੇ ਕੀ ਕਰਦਾ, ਲਿਆਉਂਦਾ ਹਾਂ। ਵੇਖੋ ਮੇਰੇ ਜੀ ਸਾਥੀਓ ਵਚਨ 7 ਤੋਂ ਲੈ ਕੇ ਜਦੋਂ ਤੁਸੀਂ 9 ਤੱਕ ਇਹਨੂੰ ਕੰਪਲੀਟ ਕਰੋਗੇ, ਭਵਿਸ਼ਤਾ ਸਾਰ 5 ਬਾਬ ਦੀ 7, 8 ਔਰ 9 ਤਿੰਨ ਐਤਾਂ ਪੜੋ, ਤੁਹਾਨੂੰ ਸਮਝ ਲੱਗ ਜਾਏਗੀ। ਐਵੇਂ ਲੋਕਾਂ ਦੇ ਮਗਰ ਨਾ ਲੱਗੋ, ਕਿਉਂਕਿ ਲੋਕ ਨਹੀਂ ਜੇ ਜਾਣਦੇ।
ਇਹ ਲੋਕ ਹੀ ਸਭ ਤੋਂ ਵੱਡਾ ਰੋਗ ਨੇ। ਔਰ ਲਗਾਤਾਰ ਬਾਈਬਲ ਦੇ ਵਿੱਚ ਬਣੇ ਰਹੋ। ਐਸੀਆਂ ਸਟੋਰੀਆਂ ਪਰਮੇਸ਼ਵਰ ਦੇ ਦਾਸ ਦੁਆਰਾ ਤੁਸੀਂ ਸੁਣ ਜਾ ਰਹੇ, ਤੁਸੀਂ ਜ਼ਬਰਦਸਤ ਬਦਲਵਾਤੇ ਜਾ ਰਹੇ ਨੇ। ਮੈਂ ਤੁਹਾਡੇ ਘਰਾਣਿਆਂ ਨੂੰ ਬਦਲਦਾ ਵੇਖ ਰਿਹਾ, ਤੁਹਾਡੇ ਘਰਾਂ ਦੇ ਵਿੱਚ ਆਸ਼ੀਸ਼ ਹੁੰਦੀ ਦੇਖ ਰਿਹਾ ਕਿ ਤੁਸੀਂ ਬਾਈਬਲ ਪੜ੍ਹ ਕੇ ਆਪਣੇ ਆਪ ਨੂੰ ਸਿੱਧ ਕਰਦੇ ਜਾਓਗੇ। ਔਰ ਤੁਹਾਡੇ ਘਰਾਂ ਦੇ ਰੁਕੇ ਕੰਮ ਜਿਹੜੇ ਅੱਜ ਤੋਂ ਬਹੁਤ ਚਿਰ ਦੇ ਰੁਕੇ ਹੋਣ ਵਾਸਤੇ ਜਾ ਰਹੇ ਨੇ। ਔਰ ਮੈਂ ਅਗਲੀ ਆਇਤ ਪੜਾਂਗਾ, ਇਹਦੀ 10 ਨੰਬਰ ਆਇਤ ਕੀ ਲਿਖਿਆ, ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਇਆ ਕਰਦਾ। ਆਮੀਨ। ਪਹਿਲੇ ਨੰਬਰ ਤੇ ਵੇਖੋ ਮੇਰੇ ਜੀ ਸਾਥੀਓ, ਹਜ਼ਾਰਾਂ ਉੱਤੇ ਬਾਈਬਲ 'ਚ ਲਿਖਿਆ, ਪ੍ਰਭੂ ਕਹਿੰਦਾ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਆ ਅਤੇ ਮੇਰੇ ਹੁਕਮ ਦੀ ਪਾਲਣਾ ਕਰਦੇ ਆ ਤੇ ਮੈਂ ਉਹਨਾਂ ਉੱਤੇ ਦਇਆ ਕਰਦਾ ਵਾਂ। ਹੁਣ ਤੁਹਾਡਾ ਕੰਮ ਕੀ ਆ? ਪਹਿਲੇ ਨੰਬਰ ਤੇ ਪ੍ਰਭੂ ਦੇ ਨਾਲ ਪ੍ਰੀਤ ਪਾਲਣੀ, ਫਿਰ ਉਹਦੇ ਹੁਕਮ ਨੂੰ ਮੰਨਣਾ ਤੇ ਫਿਰ ਉਹ ਤੁਹਾਡੇ ਉੱਤੇ ਦਇਆ ਕਰੇਗਾ। ਆਮੀਨ। ਇਸ ਕਰਕੇ ਮੇਰੇ ਜੀ ਸਾਥੀਓ, ਪਰਮੇਸ਼ਵਰ ਦੇ ਨਾਲ ਬਣੇ ਰਹੋ। 12:2 ਦੀ ਪ੍ਰੇਅਰ ਕਰੋ, 91 ਜ਼ਬੂਰ ਲਗਾਤਾਰ ਪੜੋ, 23 ਨੰਬਰ ਜ਼ਬੂਰ ਲਗਾਤਾਰ ਪੜੋ। ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਵੱਲ ਵੇਖੋ ਜਿਹੜੇ ਲੋਕ ਮਰ ਰਹੇ ਨੇ, ਜਿਨ੍ਹਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ। ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਤੁਹਾਡੇ ਨਾਲ ਪਿਆਰ ਕਰਦਾ, ਤੁਹਾਨੂੰ ਮਿਹਨਤ ਕਰਨੀ ਸਿਖਾ ਰਿਹਾ ਵਾ, ਤੁਹਾਨੂੰ ਮਿਹਨਤੀ ਬਣਾ ਰਿਹਾ ਵਾ ਕਿ ਤੁਸੀਂ ਮਿਹਨਤ ਕਰੋਗੇ ਤੇ ਬਚੋਗੇ ਤੇ ਦੂਸਰਿਆਂ ਨੂੰ ਬਚਾਓਗੇ। ਤੂੰ ਬਚ, ਤੇਰੇ ਨਾਲ ਤੇਰਾ ਘਰਾਣਾ ਬਚਾਇਆ ਜਾਵੇਗਾ। ਲੱਖਾਂ ਤੇ ਹਜ਼ਾਰਾਂ ਲੋਕ ਜੋ ਲਗਾਤਾਰ ਪਵਿੱਤਰ ਬਾਈਬਲ ਨੂੰ ਪੜ੍ਹਨਗੇ, ਪ੍ਰਭੂ ਜੀ ਕਹਿ ਰਹੇ ਕਿ ਉਹ ਬਚਣਗੇ। ਜੋ ਬਾਈਬਲ ਨਹੀਂ ਪੜ੍ਹਨਗੇ, ਕੱਲੀ ਚਰਚ ਅਟੈਂਡ ਕਰਨਗੇ, ਸੁਭਾਅ ਨਹੀਂ ਬਦਲਣਗੇ, ਆਪਣੇ ਜੀਵਨ ਦੇ ਵਿੱਚ ਆਪਣੀ ਆਦਤਾਂ ਨੂੰ ਨਹੀਂ ਚੇਂਜ ਕਰਨਗੇ, ਆਪਣੇ ਖਾਣ ਪੀਣ ਤੇ ਕੰਟਰੋਲ ਨਹੀਂ ਕਰਨਗੇ, ਤੇ ਸਮਝ ਲਓ ਪ੍ਰਭੂ ਜੀ ਕਹਿ ਰਹੇ ਉਹਨਾਂ ਵਿੱਚ ਇੱਕ ਤੁਸੀਂ ਲੋਕ ਵੀ ਹੋ ਸਕਦੇ ਨੇ। ਆਪਣੀ ਜੀਭ ਤੇ ਕਾਬੂ ਕਰੋ, ਆਪਣੇ ਮੂੰਹ ਚੋਂ ਗੰਦੀਆਂ ਗਾਲਾਂ ਕੱਢਣੀਆਂ ਬੰਦ ਕਰੋ, ਆਪਣੇ ਆਂਢੀਆਂ ਗਵਾਂਢੀਆਂ ਵੱਲ ਗਲਤ ਵੇਖਣਾ ਬੰਦ ਕਰੋ, ਗੰਦੀਆਂ ਫਿਲਮਾਂ ਮੋਬਾਈਲ ਦੇ ਵਿੱਚ ਵੇਖਣੀਆਂ ਬੰਦ ਕਰੋ, ਗੰਦੀ ਮੂਵੀਆਂ ਬੰਦ ਕਰੋ, ਗੰਦੀ ਸੋਚ ਨੂੰ ਬਦਲੋ। ਪੈਸੇ ਦੀ ਚਿੰਤਾ ਨਾ ਕਰੋ। ਪ੍ਰਭੂ ਜੀ ਕਹਿ ਰਹੇ ਕਿ ਮੇਰੇ ਬੱਚੇ ਨੂੰ ਫੋਲੋ ਕਰੋ, ਮੈਨੂੰ ਫਿਕਰ ਹੈ ਮੈਂ ਕੀ ਕਰਨਾ। ਮੇਰਾ ਦਾਸ ਪ੍ਰਭੂ ਜੀ ਕਹਿ ਰਹੇ ਕਿ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਵਚਨ ਦਿੰਦਾ ਕਿ ਤੁਸੀਂ ਬਦਲੋ, ਪਰ ਬੇਹੱਦ ਲੋਕ ਪ੍ਰਭੂ ਜੀ ਕਹਿ ਰਹੇ ਕਿ ਬਦਲ ਰਹੇ ਨੇ। ਔਰ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਕਿ ਲਗਾਤਾਰ ਡਰ ਲੱਗ ਰਿਹਾ ਵਾ ਕਿ ਲਾਰਡ ਇੱਕ ਹੀ ਆ, ਬਾਕੀ ਝੂਠ ਆ। ਮੈਂ ਇੱਕ ਵਚਨ ਫੇਰ ਪੜਾਂਗਾ, ਮੇਰੇ ਨਾਲ ਤੁਸੀਂ ਦੇਖੋ ਵਚਨ। ਜਦ ਅਸੀਂ ਖੋਲਦੇ ਆ ਭਜਨ ਸੰਹਿਤਾ 115, ਬਾਈਬਲ 'ਚ ਲਿਖਿਆ ਨਕੰਮੇ ਬੁੱਤ ਤੇ ਸਿਰਜਣਹਾਰ ਪਰਮੇਸ਼ਵਰ ਆ। ਮੇਰਾ ਟਾਈਟਲ ਕੀ ਹੈ ਕਿ ਨਕੰਮੇ ਬੁੱਤ, ਜਿਨ੍ਹਾਂ ਨੂੰ ਲੋਕ ਅੱਜ ਮੰਨ ਰਹੇ ਆ। ਆਪਾਂ ਮੇਰੇ ਜੀ ਸਾਥੀਓ, ਸਾਨੂੰ ਪਰਮੇਸ਼ਰ ਨੇ ਬਣਾਇਆ ਸੀ, ਵੇਖੋ ਹੱਥਾਂ ਦੇ ਕਬਜ਼ੇ ਲਾਏ ਸੀ, ਬੋਲਦੇ ਹੀ ਚੱਲਦੇ ਸਭ ਕੁਝ ਕਰਦੇ ਆ। ਪਰ ਇੱਥੇ ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ ਕਿ ਨਕੰਮੇ ਬੁੱਤ ਤੇ ਸਿਰਜਣਹਾਰ ਕੌਣ ਆ? ਪਰਮੇਸ਼ਵਰ ਆ। ਮੇਰੇ ਨਾਲ ਪੜੋ, ਇੱਥੇ ਲਿਖਿਆ ਸਾਨੂੰ ਨਹੀਂ ਹੈ ਜਹਾਵਾ, ਸਾਨੂੰ ਨਹੀਂ ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਇਆ ਅਤੇ ਸਚਾਈ ਦੇ ਕਾਰਨ ਵਡਿਆਈ ਦੇ। ਆਮੀਨ। ਇੱਥੇ ਲਿਖਿਆ ਪ੍ਰਭੂ ਸਾਨੂੰ ਨਹੀਂ ਆਪਣੀ ਦਇਆ ਤੇ ਸਚਾਈ ਦੇ ਕਾਰਨ ਆਪਣੇ ਆਪ ਨੂੰ ਵਡਿਆਈ ਦੇ, ਕਿਉਂਕਿ ਜੋ ਕੋਈ ਨਹੀਂ ਆ, ਅਸੀਂ ਪ੍ਰਭੂ ਨੂੰ ਮਹਿਮਾ ਦਈਏ, ਉਹਦੇ ਨਾਮ ਨੂੰ ਵਡਿਆਈ ਦਈਏ, ਉਹੀ ਆਦਰ ਦੇ ਯੋਗ ਆ। ਅਗਲੀ ਸਾਈਡ ਤੇ ਜਦ ਮੈਂ ਪੜਦਾ ਲਿਖਿਆ ਕੋਮਾ ਕਿਉਂ ਆਕਣ ਕਿ ਉਹਨਾਂ ਦਾ ਪਰਮੇਸ਼ਵਰ ਕਿੱਥੇ ਆ। ਅਸੀਂ ਕੀ ਕਹਿੰਦੇ ਆ ਕਿ ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ, ਉਹਨੇ ਜੋ ਚਾਹਿਆ ਸੋ ਕੀਤਾ। ਆਮੀਨ। ਹੁਣ ਆ ਗਈ ਗੱਲ ਸੰਸਾਰਿਕ ਲੋਕਾਂ ਦੀ, ਬੁੱਤ ਪੂਜਕਾਂ ਦੀ, ਜਿਨ੍ਹਾਂ ਦੀ ਅੱਜ ਬੁੱਤ ਪੂਜਾ ਕਰ ਰਹੇ ਆ। ਅਗਲੀ ਸਾਈਡ ਤੇ ਲਿਖਿਆ, ਗਾੜੀ ਲਿਖਿਆ ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ, ਉਹਨੇ ਜੋ ਚਾਹਿਆ ਸੋ ਕੀਤਾ। 4 ਨੰਬਰ ਗਾੜੀ ਲਿਖਿਆ ਉਹਨਾਂ ਦੇ ਬੁੱਤ ਸੋਨਾ ਚਾਂਦੀ ਹਨ, ਉਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। ਦੱਸਾਂ ਕਿ ਜਿਹੜੇ ਸੰਸਾਰਿਕ ਲੋਕ ਨੇ ਉਹ ਬੁੱਤ ਪੂਜਾ ਕਰਦੇ ਆ, ਉਹਨਾਂ ਦੀ ਬਣਾਵਟ। ਦੱਸਾਂ ਕਿ ਉਹਨਾਂ ਦੇ ਬੁੱਤ ਜਿਹੜੇ ਸੋਨਾ ਤੇ ਚਾਂਦੀ ਆ, ਅੱਜ ਸੋਨੇ ਚਾਂਦੀ ਦੇ ਅੱਗੇ ਧੂਪ ਦਿਖਾਉਂਦੇ ਨੇ, ਸਭ ਕੁਝ ਕਰਦੇ ਨੇ। ਉਹ ਕਦੀ ਬੋਲਦੇ ਆ, ਕਦੀ ਨਹੀਂ ਬੋਲਦੇ। ਹੁਣ ਬਾਈਬਲ ਦੇ ਵਿੱਚ ਲਿਖਿਆ ਉਹ ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ, ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ, ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨਹੀਂ, ਉਹਨਾਂ ਦੇ ਨੱਕ ਤਾਂ ਹਨ ਪਰ ਉਹ ਸੁੰਘਦੇ ਨਹੀਂ, ਉਹਨਾਂ ਦੇ ਹੱਥ ਤਾਂ ਹਨ ਪਰ ਉਹ ਫੜਦੇ ਨਹੀਂ, ਉਹਨਾਂ ਦੇ ਪੈਰ ਤਾਂ ਹਨ ਪਰ ਉਹ ਚੱਲਦੇ ਨਹੀਂ, ਨਾ ਉਹ ਆਪਣੇ ਸੰਗ ਤੋਂ ਹੰਗਾਰਾ ਦਿੰਦੇ ਆ। ਉਹ ਉਹਨਾਂ ਦੇ ਬਣਾਉਣ ਵਾਲੇ ਵੀ ਉਹਨਾਂ ਦੇ ਵਰਗੇ ਹੋਣਗੇ, ਨਾਲੇ ਉਹ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਆਮੀਨ।
ਦੇਖੋ ਮੇਰੇ ਜੀ ਸਾਥੀਓ, ਪਰਮੇਸ਼ਵਰ ਨੇ ਕੀ ਬੋਲਿਆ ਕਿ ਉਹਨਾਂ ਦੇ ਸੰਗ ਤੇ ਹੈਗੇ ਪਰ ਉਹ ਹੰਗਾਰਾ ਨਹੀਂ ਦਿੰਦੇ। ਇਹ ਕੀ ਆ ਦੱਸਿਆ? ਉਹਨਾਂ ਦੇ ਬਣਾਉਣ ਵਾਲੇ ਵੀ ਉਹਨਾਂ ਵਰਗੇ ਹੋਣਗੇ। ਅੱਜ ਸਾਡਾ ਪਰਮੇਸ਼ਵਰ ਜੀਵਤ ਆ। ਇਹ ਬਹੁਤੇ ਆ ਜਿਨ੍ਹਾਂ ਨੂੰ ਲੋਕ ਮੰਨ ਰਹੇ, ਜਿਨ੍ਹਾਂ ਦੇ ਅੱਗੇ ਖਲੋਂਦੇ ਹੋ, ਬਾਬਾ ਸੁਣ, ਬਾਬਾ ਸਾਡੀ ਆਵਾਜ਼ ਸੁਣ। ਇਸੇ ਤਰ੍ਹਾਂ ਜਦੋਂ ਏਲੀਆ ਦੇ ਨਾਲ ਬਿਆਲ ਦੇ ਪੁਜਾਰੀਆਂ ਦੀ ਸ਼ਰਤ ਲੱਗੀ, ਉਹ ਸਾਰੀ ਦਿਹਾੜੀ ਆਪਣੇ ਆਪ ਨੂੰ ਮਾਰਦੇ ਰਹੇ ਤੀਰ ਤਲਵਾਰਾਂ ਕਿ ਬਿਆਲ ਆ ਜਾ, ਬਿਆਲ ਆ ਜਾ। ਬਾਈਬਲ 'ਚ ਲਿਖਿਆ ਏਲੀਆ ਨੇ ਮਜ਼ਾਕ ਕੀਤਾ, ਵੇਖਿਓ ਕਿਤੇ ਰਸਤੇ 'ਚ ਨਾ ਆਵੇ, ਕਿਉਂਕਿ ਸ਼ੈਤਾਨ ਕਦੀ ਵੀ ਤੁਹਾਨੂੰ ਉੱਤਰ ਨਹੀਂ ਦੇ ਸਕਦਾ, ਕਿਉਂਕਿ ਉੱਤਰ ਉਹਦੇ ਕੋਲ ਨਹੀਂ ਆ। ਇਹ ਜਗ੍ਹਾ ਤੇ ਜਦ ਆਪਾਂ ਵਚਨ ਵੇਖਿਆ, ਨਕੰਮੇ ਬੁੱਤ ਤੇ ਸਿਰਜਣਹਾਰ ਪਰਮੇਸ਼ਵਰ, ਅੱਜ ਦਾ ਬਹੁਤ ਸੁਪਰ ਡੁਪਰ ਵਚਨ ਆ ਰਿਹਾ। ਅੱਜ ਬੁੱਤ ਪੂਜਾ ਤੇ ਹੀ ਆ ਰਿਹਾ। ਮੈਂ ਲਗਾਤਾਰ ਸੋਚ ਰਿਹਾ ਕਿ ਤੁਹਾਨੂੰ ਬੁੱਤ ਪੂਜਾ ਦੇ ਬਾਰੇ ਦੱਸਾਂਗਾ। ਲਗਾਤਾਰ ਵੀਡੀਓ ਨਹੀਂ ਪੈਗੀ ਮੇਰੇ ਜੀ ਸਾਥੀਓ, ਕਿਉਂਕਿ ਬਹੁਤ ਸਾਰੇ ਕੰਮ ਆ ਔਰ ਜੋ ਸ਼ਰਾਬਾਨੀ ਹੋ ਰਹੀ ਹੈ ਲਗਾਤਾਰ। ਕੱਲ ਪਿੰਡ ਉਮਰਪੁਰੇ ਵਿੱਚ ਅਸੀਂ ਜਾ ਰਹੇ ਹਾਂ ਪ੍ਰਭੂ ਭੋਜ ਕਰਨ ਵਾਸਤੇ। ਔਰ ਮੇਰੇ ਜੀ ਸਾਥੀਓ, ਲਗਾਤਾਰ ਖੁਦਾ ਦਾ ਮਸਾ ਵੱਧ ਰਿਹਾ, ਸੁਪਰ ਡੁਪਰ ਪ੍ਰਭੂ ਦੀ ਪ੍ਰੀਚਿੰਗ ਵੱਧ ਰਹੀ ਆ, ਕਿਉਂਕਿ ਪ੍ਰੀਚਿੰਗ ਤੋਂ ਬਿਨਾਂ ਤੁਹਾਨੂੰ ਕੋਈ ਆਸ਼ੀਸ਼ ਨਹੀਂ ਮਿਲੇਗੀ। ਦੋ ਚੀਜ਼ਾਂ ਹਮੇਸ਼ਾ ਤੁਹਾਡੇ ਜੀਵਨ 'ਚ, ਸਾਮਰਥ ਔਰ ਪਵਿੱਤਰ ਬਾਈਬਲ ਹੋਣੀ ਚਾਹੀਦੀ ਹੈ। ਸਾਮਰਥ ਔਰ ਪਵਿੱਤਰ ਸ਼ਾਸਤਰ, ਕਿਉਂਕਿ ਬਾਈਬਲ ਸਾਨੂੰ ਰੋਂਗ ਸਾਈਡ ਤੋਂ ਜਾਣ ਤੋਂ ਰੋਕਦੀ ਆ ਔਰ ਪ੍ਰਭੂ ਦੀ ਸਾਮਰਥ ਵੱਧਦੀ ਹੈ ਜਦ ਤੁਸੀਂ ਬਾਈਬਲ ਦੇ ਦੁਆਰਾ ਇੱਕ ਇੱਕ ਕੰਮ ਕਰਾਂਗੇ। ਤੁਸੀਂ ਕਿਸੇ ਵੀ ਬਰਕਤ ਨੂੰ ਲੈਣਾ ਵਾ, ਬਾਈਬਲ ਨੂੰ ਪੜ੍ਹ ਕੇ ਮੰਗੋ, ਤੁਹਾਨੂੰ ਮਿਲੇਗੀ। ਹੁਣ ਇਹ ਜਗ੍ਹਾ ਤੇ ਆਪਾਂ ਪੜਿਆ ਕਿ ਉਹਨਾਂ ਦੇ ਸੰਗ ਤਾਂ ਹੈਗੇ ਪਰ ਉਹ ਹੰਗਾਰਾ ਨਹੀਂ ਦਿੰਦੇ। ਉਹਨਾਂ ਦੇ ਬਣਾਉਣ ਵਾਲੇ ਵੀ ਉਹਨਾਂ ਵਰਗੇ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਤਿਆਰ ਕੀਤਾ। ਤੇ ਦੱਸਾਂ ਕਿ ਜਿਹੜੇ ਉਹਨਾਂ ਨੂੰ ਮੰਨਦੇ, ਜਿਹੜੇ ਉਹਨਾਂ ਤੇ ਭਰੋਸਾ ਰੱਖਦੇ, ਉਹ ਵੀ ਉਹਨਾਂ ਵਰਗੇ ਹੀ ਹੋਣਗੇ। ਹੁਣ ਅਗਲੀ ਸਾਈਡ ਤੇ ਜਦ ਅਸੀਂ ਪੜ੍ਹਦੇ ਇਹਦੀ 9 ਨੰਬਰ ਐਤ, ਇਹ ਆ ਗਈ ਹੈ ਤੁਹਾਡੇ ਔਰ ਮੇਰੇ ਲਈ। ਇੱਥੇ ਲਿਖਿਆ, ਹੇ ਇਜ਼ਰਾਈਲ, ਯਹੋਵਾ ਉੱਤੇ ਭਰੋਸਾ ਰੱਖ, ਉਹ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ। ਆਮੀਨ। ਅੱਜ ਵੇਖੋ ਮੇਰੇ ਜੀ ਸਾਥੀਓ, ਸਾਨੂੰ ਭਰੋਸਾ ਪ੍ਰਭੂ ਤੇ ਰੱਖਣਾ ਚਾਹੀਦਾ। ਉਹ ਸਾਡਾ ਸਹਾਇਕ ਹੈ, ਉਹ ਸਾਡੀ ਢਾਲ ਹੈ। ਢਾਲ ਕੀ ਹੁੰਦੀ ਆ? ਜਦੋਂ ਵਾਰ ਕਰਦੀ ਹੈ ਅਗਲੀ ਸਾਈਡ ਤੋਂ ਡੱਕਦੀ ਆ। ਇੱਕ ਤਲਵਾਰ ਹੁੰਦੀ ਹੈ, ਇੱਕ ਹੱਥ ਵਿੱਚ ਢਾਲ ਹੁੰਦੀ ਆ। ਦੱਸਿਆ ਕਿ ਉਹ ਸਾਡਾ ਸਹਾਇਕ ਆ ਤੇ ਸਾਡੀ ਢਾਲ ਆ। ਕੱਢ ਲਿਖਿਆ, ਹੇ ਖਰੂਨ ਦੇ ਘਰਾਣੇ, ਯਹੋਵਾ ਉੱਤੇ ਭਰੋਸਾ ਰੱਖ, ਉਹ ਉਹਨਾਂ ਦਾ ਸਹਾਇਕ ਅਤੇ ਉਹਨਾਂ ਦੀ ਢਾਲ ਹੈ। ਹੇ ਯਹੋਵਾ ਤੋਂ ਡਰਨ ਵਾਲਿਓ, ਯਹੋਵਾ ਉੱਤੇ ਭਰੋਸਾ ਰੱਖੋ, ਉਹ ਉਹਨਾਂ ਦਾ ਸਹਾਇਕ ਅਤੇ ਉਹਨਾਂ ਦੀ ਢਾਲ ਹੈ। ਗਾੜੀ ਲਿਖਿਆ, ਯਹੋਵਾ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, ਉਹ ਇਜ਼ਰਾਈਲ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਹਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਯਹੋਵਾ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ। ਕੀ ਛੋਟਾ ਕੀ ਵੱਡਾ, ਯਹੋਵਾ ਤੁਹਾਨੂੰ ਵਧਾਈ ਜਾਵੇਗਾ। ਯਹੋਵਾ ਤੁਹਾਨੂੰ ਤਾਂ ਤੁਹਾਡੇ ਬਾਲਕਾਂ ਨੂੰ ਵੀ, ਤੁਸੀਂ ਯਹੋਵਾ ਵੱਲੋਂ ਮੁਬਾਰਕ ਹੋ ਜਿਹੜੇ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ। ਆਕਾਸ਼ ਯਹੋਵਾ ਦਾ ਆਕਾਸ਼ ਹਨ, ਪਰ ਧਰਤੀ ਉਹਨੇ ਮਨੁੱਖ ਮਾਤਰ ਵੰਸ਼ ਨੂੰ ਦਿੱਤੀ ਹੈ। ਦੱਸਿਆ ਕਿ ਧਰਤੀ ਸਾਨੂੰ ਦਿੱਤੀ ਗਈ ਆ, ਆਪਾਂ ਮਨੁੱਖ ਇਹ ਸਾਨੂੰ ਦਿੱਤੀ ਗਈ ਹੈ। ਲਿਖਿਆ, ਮੁਰਦੇ ਯਹੋਵਾ ਦੀ ਉਸਤਤ ਨਹੀਂ ਕਰਦੇ। ਮੇਰੇ ਜੀ ਸਾਥੀਓ, ਜਿਹੜੇ ਮਰ ਜਾਂਦੇ ਆ ਉਹ ਯਹੋਵਾ ਦੀ ਉਸਤਤ ਨਹੀਂ ਕਰਦੇ, ਉਹ ਖਾਮੋਸ਼ੀ ਵਿੱਚ ਚਲੇ ਜਾਂਦੇ ਆ, ਉਹ ਖਾਮੋਸ਼ੀ ਵਿੱਚ ਉਤਰ ਜਾਂਦੇ ਆ। ਅੱਜ ਕਿੰਨੇ ਲੋਕ ਸੋਚਦੇ ਆ, ਜਦੋਂ ਉਹਨਾਂ ਦੇ ਦਾਦੇ ਪੜਦਾਦੇ ਕੋਈ ਜਵਾਨ ਮਰ ਜਾਂਦਾ ਵਾ, ਉਹ ਕੀ ਬੋਲਦੇ ਆ ਕਿ ਫਲਾਣੇ ਦੇ ਰੂਪ ਵਿੱਚ ਆ ਗਿਆ ਹੀ, ਮੈਨੂੰ ਰਾਤੀ ਮਿਲ ਕੇ ਗਿਆ ਹੀ। ਪਰ ਪਵਿੱਤਰ ਬਾਈਬਲ ਕੀ ਦੱਸਦੀ ਮੇਰੇ ਜੀ ਸਾਥੀ? ਜ਼ਬੂਰ 115 ਉਹਦੀ ਜਦੋਂ ਤੁਸੀਂ 17 ਨੰਬਰ ਐਤ ਪੜ੍ਹਦੇ ਜੇ, ਮੈਂ ਫੇਰ ਪੜਾਂਗਾ, ਉੱਥੇ ਲਿਖਿਆ, ਮੁਰਦੇ ਯਹੋਵਾ ਦੀ ਉਸਤਤ ਨਹੀਂ ਕਰਦੇ, ਨਾ ਉਹ ਸਾਰੇ ਜਿਹੜੇ ਖਾਮੋਸ਼ੀ ਵਿੱਚ ਉਤਰ ਗਏ ਹਨ। ਖਾਮੋਸ਼ੀ ਵਿੱਚ ਮਤਲਬ ਜਦੋਂ ਪਤਾਲਾਂ ਦੇ ਵਿੱਚ ਰੂਹਾਂ ਦੇ ਜਾਂਚ ਚੱਲ ਜਾਂਦੇ, ਉੱਥੇ ਕੋਈ ਆਵਾਜ਼ ਨਹੀਂ ਹੈ, ਉੱਥੇ ਸਾਇਲੈਂਟ, ਬਿਲਕੁਲ ਕੋਈ ਆਵਾਜ਼ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕਿਉਂਕਿ ਪਵਿੱਤਰ ਬਾਈਬਲ ਸਾਨੂੰ ਦੱਸਦੀ ਜਿਹੜੇ ਮੁਰਦੇ ਆ, ਜਿਹੜੇ ਮਰ ਗਏ, ਉਹ ਭਗਤੀ ਨਹੀਂ ਕਰਨਗੇ। ਅੱਜ ਜੀਂਦਿਆਂ ਦੀ ਭਗਤੀ ਜਿੱਦਾਂ ਤੁਸੀਂ ਮੈਂ ਜੀ ਰਹੇ ਆ, ਔਰ ਉਹ ਸਾਨੂੰ ਜਿਉਂਦਾ ਰੱਖ ਰਿਹਾ। ਕਈ ਵੱਧ ਤੋਂ ਵੱਧ ਆਪਣਾ ਸਮਾਂ ਪ੍ਰਭੂ ਨਾਲ ਸਪੈਂਡ ਕਰੀਏ, ਪਵਿੱਤਰ ਬਾਈਬਲ ਪੜ੍ਹੀਏ ਔਰ ਲਗਾਤਾਰ ਖੁਦਾ 'ਚ ਵਧੀਏ। ਤੇ ਜਿਹੜੇ ਲੜਦੇ ਝਗੜਦੇ ਦੋਵੇਂ ਜੀਵ, ਉਹਨਾਂ ਨੂੰ ਬੋਲ ਰਿਹਾ, ਆਪਣੇ ਘਰ ਦੇ ਵਿੱਚ ਲੜਾਈਆਂ ਨੂੰ ਬੰਦ ਕਰੋ, ਆਪਣੇ ਬੱਚਿਆਂ ਤੋਂ ਖਿੱਚਣਾ ਬੰਦ ਕਰੋ, ਪਵਿੱਤਰ ਬਾਈਬਲ ਪੜ੍ਹੋ। ਦੁਸ਼ਟ ਆਤਮਾ ਰੋ ਰਹੀਆਂ ਇਸ ਵਚਨ ਨੂੰ ਸੁਣ ਕੇ ਕਿ ਦਿਨ ਪ੍ਰਤੀ ਦਿਨ ਸਟਰੋਂਗ ਹੋ ਰਿਹਾ ਔਰ ਲੋਕਾਂ ਨੂੰ ਸਟਰੋਂਗ ਕਰ ਰਿਹਾ। ਮੇਰੇ ਜੀ ਸਾਥੀਓ, ਮੈਂ ਤੁਹਾਡੇ ਜੀਵਨ ਵਿੱਚ ਬਦਲਾਅ ਦੇਖਣਾ ਚਾਹੁੰਦਾ, ਮੈਂ ਤੁਹਾਡੇ ਜੀਵਨ ਵਿੱਚ ਅਨਾਇੰਟਿੰਗ ਨੂੰ ਦੇਖਣਾ ਚਾਹੁੰਦਾ, ਮੈਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਬੜੀ ਦਵਾਈਆਂ ਦੇਖਣੀ ਚਾਹੁੰਦਾ।
दूसरे दूसरे लोगों को अपने वर्गे बनाओ मेरे जी साथियों। डरो नहीं शैतान दे कोलों, डरो मत, चुपचाप खड़े रहो। दिल और दिमाग दे विचों प्रभु जी कह रहे कि वहमां नूं कड्डो, डर नूं कड्डो ਜਿਹੜਾ ਤੁਹਾਨੂੰ ਡਰਾ ਰਿਹਾ ਰਾਤ ਦਿਨ। ਮਰਿਆ ਕਦੀ ਕਿਸੇ ਨੂੰ ਮਾਰ ਨਹੀਂ ਸਕਦਾ, ਤੁਸੀਂ ਜਿਉਂਦੇ ਜੇ ਮਰਿਆ ਵਾ। ਬਾਈਬਲ 'ਚ ਲਿਖਿਆ ਤੁਸੀਂ ਉਹਦੇ ਕੋਲ ਡਰੋ ਜਿਹੜਾ ਨਿਉ ਤੋਂ ਬਾਅਦ ਨਰਕਾਂ ਵਿੱਚ ਸੁੱਟਣ ਦੀ ਸ਼ਕਤੀ ਰੱਖਦਾ। ਪਰ ਪ੍ਰਭੂ ਜੀ ਕਹਿੰਦੇ ਤੁਸੀਂ ਉਹਦੇ ਕੋਲ ਡਰਦੇ ਜਿਹੜਾ ਦੇਹੀ ਦਾ ਨਾਸ਼ ਕਰਦਾ। ਆਮੀਨ। ਪ੍ਰਭੂ ਤੁਹਾਡੇ ਘਰਾਣਿਆਂ ਨੂੰ ਬਲੈਸਡ ਕਰੇ। मैं ऐसे लोग देख रहे हैं जेडे पवित्र बाइबल दे विच लगातार बढ़ रहे हैं। मेरे जीवन दे विच प्रभु जी कह रहे कि दिन प्रति दिन आजादी बढ़ रही है, मैं फ्री हो रहा हां, तुसी भी फ्री हो रहे जी। जेड़ा बंदा बाइबल पढ़ता जाएगा चिंता चों निकलता जाएगा, फैसला चों निकलता जाएगा, डर उहदे जीवन चों खत्म होता जाएगा। और ऑनलाइन तैयार हो जो अज दी प्रेयर दे वास्ते। अज दे सुपर डुपर वचन नूं तुसी याद रखना और अपनी फैमिली नूं छूओ। पवित्र आत्मा तुहानूं आजाद करे। अपने हत्थां नूं खड़े कर लो, अपने हत्थां 'च बाल पकड़ लो, ऑयल पकड़ लो, अपने कान वाली जगह ते हत्थ रख लो। बीपी दे रोगी, शुगर दे रोगी, अस्थमा दे रोगी डिलीवर हो जाओ यीशु मसीह दे सामर्थी नाम दे विच। यार गौर में नहीं गया मैं सी यार बोरी भी सी अला बला बला सला बला कबला बसरा बरबा। परमेश्वर दे नाम च चंगे हो जाओ। बीमारियां ताडी बॉडी नु छड्ड के चली जाण, वहमी आत्मा ताडे जीवन नु छड्ड के चला जाए। बी हील्ड सी और कोर मेनी गरम समला बहुत से ने बिने के भी रिमेनी का बला बजरा बला का बला का बजरे बिने के ले बिने का बजरा बा रूह का लबसेरे बेले के लेबे। दुष्ट आत्मा जो रूप धार रहा, परमेश्वर दे दूतों कदा दे संतों दा सिर कुचल दो। प्रभु ताडे स्वर्ग दूते दा सिर कुचल देन। संत मिकाएल जी प्रभु यीशु दे सामर्थी नाम विच आ जाओ। आज होली गोस्ट दे नाम ते डी मैंडी जी मैंडी डी मैंडी जी मानंडे डिस मैंडे डी गो डोजी मैंडी डिस मैन। डराउण वाला आत्मा यीशु दे नाम च जाए। इफ्सिया शेदी शेज प्रभु जी ताडे विच लिखा मनुक्खां दे रजाउण लई विखावे दी नौकरी ना करो। शिमारा खाला बसुका ला बोजे बेरे केले गेने में नुखला मसूरी भी निखिली भी निकमला बाजारा बारा कला बाला करा बारा कला बसेरे बे सिखिली भी ना खला रा बसोले बेने के बेने का बाला बाजारा बारा कला बाला रे बेले के बे। प्रभु जी कह रहे कि हार्ट बीट बढ़न तो कोई चंगा हो रहा, कि दी हार्ट बीट तेज होंदी ठीक हो रहा वा, कि दी हार्ट बीट वादी ठीक हो रहा वा। रबा बाबा 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 निबेसी कला बोसे ने बेने के बला बाजारा बारा कलबा सिखाला बोलुकू लबेसे के ले बेने का मल्ला सोको लोको लेके सिमूना ना हसना खोले के में ना कला बाजारा बारा रेखे ना को सकना बरुको लोको सके शबी कला कोश के ने बेले की मनो को लोको कमाना मलहू सकला बसोरे बेरे के ले कमाना को सकला गला बला 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 कबला कबले के बेने के बे शिफा रबा शिफा। प्रभु जी कह रहे मैं गले में टॉन्सर ना जांदा देख रहा, मैं गले में टॉन्सर ना जांदा देख रहा, गले दे टॉन्सर जा रहे ने, दिल और दिमाग दी चिंता जा रही है। दिल और दिमाग की चिंता जा रही। प्रभु जी मैंने दस रहे ने, तैयार हो जो प्रभु जी कह रहे ने। अपने सिर ते हथ रख लो, अपनी बीमारी नु डाटो परमेश्वर के नाम दे विच। सब चिंता प्रभु जी सामर्थी नाम च जान। प्रभु जी कह रहे कि गुस्से दे नाल दुष्ट आत्मा दी शक्तियां नु डाटो।
Sababababababane bebe sabala kole beni kala bosore be. Sibina malakanda na masuka la boze ne bene ke le bene ka bala bazara bara kalaba. Rakaba kala kabeke ne ke bele ke bene ka bala bazara bara. Rekina manuko lo koso re beni kalaba. Rakama na kune bene ke ne besara bara. Girimini ka bala bazore bene ke bene ka bala kasabala. Shekela bala kuli bene ka bala bazara bara kala bala gere. Shikula basabala bala ke bele ke be. प्रभु जी कह रहे कि सत्ता मुंह वाला सापिया कहदी कुख नूं छड्ड के जा रहा, कहदे बच्चे खांदा। प्रभु जी कह रहे कि बार बार वो भैन बीमार हुंदी है। प्रभु जी कह रहे कि सत्त मुंह आ सप दे। सिर तो पैरां तक सप्पां दे वाल वजे खुल जाओ यीशु मसीह दे नाम च। सप्पां दे वाल खुल रहे ने, मन दी घबराहट जा रही है, सप्पां दी हार हो रही है। होली स्पिरिट मैनूं दस रहे ने। प्रभु जी कह रहे कि मेरा दास ऐसे बच्चे देख रहे जिहड़े मेंटल अपसेट ने, वो ठीक हो रहे ने, चंगे हो रहे ने। प्रभु जी कह रहे कि ਜਿਹੜੀਆਂ घर दी चीज़ां विक गईयां सी वापस आ रही वा। मैं देख रहा प्रभु जी कह रहे कि ਜਿਹੜੀਆਂ घर दी चीज़ां विक गईयां सी वापस आ रही। कोई ये प्रोफेसी है कि जिन्हां दे घर दी चीज़ां विक गईयां सी वापस आ रही वा। जो गया वापस आ रहा वा, जो छड्ड के चले गए वापस आ रहे ने। जो प्रभु जी कह रहे कि सुते पे डरते ने, आत्मा में छुओ, ब्लेस्ड करो प्रभु के हाथ में दे के। गर्दन दी दर्दा में जांदी है, देख रहे पवित्र आत्मा कह रहे गर्दन दे रोगी चंगे हो रहे ने। होली स्पिरिट के से छू रहे ने। होली स्पिरिट किसी ने मन की घबराहट तो चंगा कर रखे, तो मन की घबराहट ठीक हो रही है, मन की घबराहट जा रही है। जरा बरा जिला गला बजारा बरा करा बरे के ले बेनी कला बसमला भविष्य ने मिले के बे सिखा ना वालो कुले बे शिका ना वाला बसीरा कोले बे निकला बसोरे बेरे कला बा। प्रभु जी कह रहे कहते सिर दे वाल कट्टे जादू टूना नु छड्ड के जा रहा वा। किसी दे सिर दे वाल कट्टे नु जादू टोना छड्ड के जा रहा वा। लगातार प्रभु जी कह रहे कि अनॉइंटिंग ऑयल ओदे सिर ते अप्लाई करना शुरू करो। सिर दे वाल झड़ने बंद हो रहे ने। प्रभु जी मैनूं दस रहे ने। शिमोना बासामाना कोरे बेनी खराबा निबुंधा ना मोसुका ला बोजे बेरे गेले बेसामाला कोसे बेले केले बे sikula kasaka la boshe kere bere na kamara basuka la baraka sabi khanda na musuka rakose kere be na khanda masuka la bose ne be ribina basabara shifa। प्रभु जी कह रहे कि सप का बंदाल हो रहा। प्रभु जी एंजल सप्पां नूं मार रहे ने। सप बेहद प्रभु जी कह रहे कि घरां दे विच लोकां नूं तंग कर रहे हैं। आपस में लड़ाइयां हो रही वा, मार कटाई बहुत हो रही है। बदरू
ਅਥਰੂਆਂ ਦਾ ਝੁੰਡ ਪ੍ਰਭੂ ਜੀ ਕਹਿ ਰਹੇ ਕਿ ਰੋ ਰਿਹਾ ਵਾ, ਦੁਖੀ ਹੋ ਰਿਹਾ ਵਾ ਕਿ ਦਿਨ ਪ੍ਰਤੀ ਦਿਨ बढ़ रहे ने। गर्म सुबह ਨੂੰ ਡਾਟੋ ਹੋਲੀ ਸਪਿਰਿਟ ਕਹਿ ਰਹੇ ਰੀਮਾਨਾ ਬਾਸਾ ਕਾਲਾ ਬੋ ਸ਼ਿਫਾ 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 ਸ਼ਿਫਾ। ਧੰਨਵਾਦ ਕਰਦੇ ਪਰਮੇਸ਼ਵਰ, ਅੱਜ ਸਾਰੇ ਇੰਤਜ਼ਾਮ ਨੂੰ ਆਪਣੇ हाथ ਵਿੱਚ ਲਾ दया कृपा करे, मदद करे यीशु के नाम में, आमीन आमीन आमीन। प्रभु यीशु मसीह के नाम च जो भी तुहाडे हाथ विच आ ऑयल रंबाल जल प्रभु तुहाडी फायर आवे, तुहाडी अग 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 पवित्र आत्मा तुहाडी अग आवे, होली गोस्ट तुहाडी अग आवे, होली गोस्ट तुहाडी अग आवे। शमा बाबा बाबा रे बेबे सिका लबो शिफा शिफा यीशु के नाम में आमीन। ऑनलाइन जिन्हें प्रेयर करवाना चाहते हैं वीडियो ਦੇ ਵਿੱਚ ਜਾਂ ਤੁਸੀਂ ਦੋ ਨੰਬਰ ਦੇਖੋਗੇ ਜੋ ਤੁਸੀਂ ਪ੍ਰੇਅਰ ਕਰਾਉਣੀ ਚਾਹੁੰਦੇ ਹੋ ਜਗ੍ਹਾ ਤੇ ਤੁਹਾਨੂੰ ਨੰਬਰ ਮਿਲਣਗੇ, ਤੁਸੀਂ ਪ੍ਰੇਅਰ ਕਰੋਗੇ ਲਗਾਤਾਰ ਉਸ ਦੇ ਉੱਪਰ ਪ੍ਰਭੂ ਤੁਹਾਨੂੰ ਬਲੈਸਡ ਕਰੇਗਾ और लगातार परमेश्वर ਵਿੱਚ बढ़ते जाओ। कल फिर जे परमेश्वर ने चाहा मैं कल फिर लाइव होवांगा, पर आज का जो मैसेज ਤੁਹਾਨੂੰ ਦੱਸਿਆ ਗਿਆ कि जो जराबाम ने गलती की आ वो गलती तुसी नहीं करनी। धन्यवाद करते मेरे परमेश्वर। और मैं लास्ट कलमा बर्खास्त करेगा परमेश्वर प्रभु यीशु मसीह में तेरा धन्यवाद करता। खुदा बाप की मोहब्बत, रूह पाक की रफाकत और शराकत हुन तो लेके हमेशा तक साडे सारे नाल हुंदी रहे। आमीन आमीन आमीन। सो गॉड ब्लेस यू ऑल। परमेश्वर तुहाडे साथ होवे, प्रभु तुहाडे घराणे नूं ब्लेस्ड करे और इसी तरह वचन दे नाल बड़े रहो। और भजन संहिता 91 23 121 भी पढ़ना, 86 51 लगातार पढ़ने और लगातार बाइबल रीडिंग करनी, सारी पुराना नेम और नवा नेम। और खुदा तुहानू ब्लेस्ड करे और अपने टाइड, अपने बीज, अपने घरां विचों अपने शुकरनामे लूका 6:38 हमेशा याद रखो। मरकस 16:16 लूका 10:19 का अधिकार मांग के चलदे जो होली स्पिरिट साडे नाल है। आमीन। गॉड ब्लेस यू ऑल। परमेश्वर तुहानू ब्लेस्ड करे। आमीन आमीन।